2015 ਦਾ ਕੇਸ ਹੈ, ਤਕਰੀਬਨ 8 ਸਾਲ ਹੋ ਗਏ, 9 ਬੰਦਿਆਂ ਨੂੰ ਸਜ਼ਾ ਹੋ ਗਈ, 2 ਉਹਦੇ ਸ਼ਾਇਦ ਪੀਓ ਚੱਲ ਰਹੇ ਨੇ ਅੱਜ ਵੀ। ਤੇ ਇੰਨੇ ਚਿਰਾਂ ਬਾਅਦ ਆ ਕੇ ਵੀ ਇਸ ਤਰ੍ਹਾਂ ਕੁਝ ਹੋ ਸਕਦਾ ਜਦੋਂ ਕੇਸ ਖਤਮ ਹੀ ਹੋ ਗਿਆ? ਇਹ ਡਿਲੇ ਟੈਕਟਿਕਸ ਹੁੰਦੇ, ਪਹਿਲਾਂ ਵੀ ਮੈਂ ਗੱਲ ਕਰਦਾ। ਹੁਣ ਮੈਂ ਬਾਰ-ਬਾਰ ਇਹਨਾਂ ਦੀ ਇੰਟਰਵਿਊਜ਼ ਕਿਤੇ ਵੀ ਗੱਲ ਕਰਦੇ, ਇਹ ਕਹਿੰਦੇ ਜੀ ਨਾ ਮੇਰਾ FIR 'ਚ ਨਾਮ, ਨਾ ਮੇਰਾ ਚਲਾਨ 'ਚ ਨਾਮ। ਅਸੀਂ ਸਭ ਤੋਂ ਪਹਿਲਾਂ ਚੀਜ਼ ਹੀ ਇਹੀ ਕੁਐਸਚਨ ਕਰਦੇ ਕਿ ਇਹਨਾਂ ਦੀ ਸੈਟਿੰਗ ਸੀ ਸਰਕਾਰ ਦੇ ਨਾਲ। ਇੱਕ ਤੁਹਾਨੂੰ ਮੈਂ ਹਾਈ ਕੋਰਟ ਦਾ ਆਰਡਰ ਵੀ ਦਿਖਾ ਦੇਣਾ, ਉਹ 'ਚ ਜਿਮਨੀ ਨੰਬਰ 5 ਆ, 9 ਤਰੀਕ 3 ਮਹੀਨਾ 2015, ਜਿਹਦੇ ਵਿੱਚ ਸੁਖਪਾਲ ਖਹਿਰੇ ਦਾ ਨਾਮ ਆ। SP ਵੱਲੋਂ ਲਿਖਿਆ ਗਿਆ ਕਿ ਸੁਖਪਾਲ ਸਿੰਘ ਖਹਿਰਾ ਜਿੱਦਾਂ ਆਪਾਂ ਇਨਵੈਸਟੀਗੇਟ ਕਰੀ ਜਾਂਦੇ ਕੇਸ ਨੂੰ, ਸਾਰੀਆਂ ਕੜੀਆਂ ਜਿਹੜੀਆਂ ਆ ਉਹ ਸੁਖਪਾਲ ਖਹਿਰਾ ਵੱਲ ਜਾਂਦੀਆਂ। ਜਿਹੜੇ ਜਲਾਲਾਬਾਦ ਦੇ SP ਸੀ, ਨਾਮ ਜੇ ਯਾਦ? ਉਹਨਾਂ ਦਾ ਅਜਮੇਰ ਸਿੰਘ ਸੀਗਾ ਜੀ। ਅੱਛਾ। ਉਹਨਾਂ ਨੇ ਆਪਣੇ SSP ਨੂੰ, IG ਬਠਿੰਡਾ ਰੇਂਜ ਜਿਹੜੇ ਪੈਂਦੇ ਸੀ, ਉਹਨਾਂ ਨੂੰ ਵੀ ਦੱਸਿਆ ਕਿ ਸੁਖਪਾਲ ਖਹਿਰੇ ਦਾ ਜਿਹੜਾ ਨਾਮ ਜਿੰਨੀ ਵੀ ਆਪਾਂ ਇਨਵੈਸਟੀਗੇਸ਼ਨ ਖੋਜਬੀਨ ਕਰਦੇ ਉਹਨਾਂ ਵੱਲ ਜਾ ਰਿਹਾ। ਇਹਨਾਂ ਦੇ ਫਾਦਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ DSP ਰਹੇ ਆ। ਨਾਮ? ਉਹਦਾ ਨਾਂ ਸੁਖਜਿੰਦਰ ਖਹਿਰਾ, ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਫਾਦਰ ਆ। ਬਿਲਕੁਲ ਠੀਕ ਹੈ। ਉਹ DSP ਬਾਰਡਰ ਰੇਂਜ ਤੇ ਰਹੇ ਆ, ਉੱਥੇ ਜ਼ਿਆਦਾਤਰ ਰਹਿਣ ਕਰਕੇ ਇਹਨਾਂ ਦੇ ਸਮਗਲਰਾਂ ਨੇ ਉਦੋਂ ਦੇ ਲਿੰਕ ਬਣੇ ਹੋਏ ਸੀ। ਵੈਸੇ ਪੰਜਾਬ ਪੁਲਿਸ 'ਚ ਸੀਗੇ? ਪੰਜਾਬ ਪੁਲਿਸ। ਅੱਛਾ। ਤੁਸੀਂ ਜੇ ਰਿਕਾਰਡ ਚੈੱਕ ਕਰੋ ਕਿ ਸੁਖਪਾਲ ਸਿੰਘ ਖਹਿਰਾ ਦੇ ਫਾਦਰ ਜਿਹੜੇ ਆ ਉਹ ਰਿਟਾਇਰ ਨਹੀਂ ਹੋਏ। ਉਹਨਾਂ ਨੂੰ ਕੰਪਲਸਰੀ ਰਿਟਾਇਰਮੈਂਟ ਮਤਲਬ ਉੱਥੋਂ ਲੈਣੀ ਪਈ, ਜਬਰੀ ਸੇਵਾ। ਬਿਲਕੁਲ। ਉਸ ਤੋਂ ਬਾਅਦ ਜਦੋਂ ਇਹ ਆਏ ਪਾਵਰ 'ਚ, ਇਹਨਾਂ ਨੇ ਸਿਸਟਮ ਇੰਨਾ ਸਾਂਭ ਲਿਆ ਉਹਨਾਂ ਦਾ। ਉਹ ਇੱਕ ਕਿਸਮ ਦਾ ਇਹਨੂੰ ਕੱਢਣਾ ਕਹਿ ਸਕਦੇ ਹਾਂ ਡਿਪਾਰਟਮੈਂਟ 'ਚ, ਇੱਕ ਕਿਸਮ। ਹਾਂਜੀ, ਕੱਢਣਾ ਡੈਫੀਨੇਟਲੀ। ਉਹਨਾਂ ਬੇਸਿਕਲੀ ਪੋਲਿਟਿਕਸ ਵੀ ਇਸੇ ਚੱਕਰ 'ਚ ਹੀ ਜੁਆਇਨ ਕੀਤੀ, ਬਚਣ ਦੇ ਮਾਰੇ। ਇਹ ਹੈਗੀ ਜੀ ਹਿਸਟਰੀ ਉਦੋਂ ਤੱਕ। ਠੀਕ ਹੈ। ਹੁਣ ਇਹਨਾਂ ਨੇ ਇੱਕ ਬੰਦਾ ਤਿਆਰ ਕੀਤਾ, ਗੁਰਦੀਪ ਸਿੰਘ ਦੀਪੀ, ਜਿਹੜਾ ਇਹਨਾਂ ਨੇ ਲੱਖਣ ਕੇ ਪੱਡਾ, ਸਾਡਾ ਭਲੱਥ ਹਲਕੇ ਦਾ ਇੱਕ ਪਿੰਡ ਆ, ਉਹਦਾ ਸਰਪੰਚ ਬਣਾਇਆ। ਬਾਅਦ ਚੋਂ ਉਹਨੂੰ ਆਪਣੀ ਰეკਮੈਂਡੇਸ਼ਨ ਤੇ ਸਾਡੇ ਮਾਰਕੀਟ ਕਮੇਟੀ ਢਿਲਵਾਂ ਪੈਂਦੀ ਭਲੱਥ ਹਲਕੇ ਦੇ ਵਿੱਚ, ਬਿਲਕੁਲ ਠੀਕ ਹੈ, ਉਹਦਾ ਚੇਅਰਮੈਨ ਨਿਯੁਕਤ ਕਰਵਾਇਆ, ਨੋਮੀਨੇਟ ਕਰਵਾਇਆ। ਉਹ ਬੰਦੇ ਨੂੰ ਸਾਰਾ ਦਾਰਮਦਾਰ ਸੰਭਾਲਿਆ ਨਸ਼ੇ ਦਾ। ਗੁਰਦੇਵ ਸਿੰਘ ਇਹਨੂੰ? ਹਾਂਜੀ, ਇਹੀ ਗੁਰਦੇਵ ਸਿੰਘ। ਇਹ ਨਾਲ ਤੁਸੀਂ ਦੇਖਦੇ ਹੋ, ਤੁਹਾਡੇ ਕੋਲ ਜੇ ਫੋਟੋ ਪਹੁੰਚੀ ਹੋਣੀ, ਪੂਰੀ ਫੋਟੋ ਹੈਗੀ ਖਹਿਰਾ ਨਾਲ ਵਿੱਚ? ਨਾਲ ਖਹਿਰਾ ਦੇ ਬੇਟਾ ਹੈ ਮਹਿਤਾਬ ਹੈ ਨਾਲ। ਮਹਿਤਾਬ ਖਹਿਰਾ। ਠੀਕ ਹੈ। ਇਹ ਕੰਪੇਨਿੰਗ ਦੀ ਹੈ। ਇਹ ਬੇਸਿਕਲੀ ਇਹ ਬੰਦੇ ਦਾ ਮੇਨ ਪਰਪਸ ਇਹ ਸੀਗਾ ਕੰਮ ਕਿ ਪੈਸੇ ਡਰਗ ਮਨੀ ਦੇ ਕਮਾਉਣੇ ਜੀ, ਉਹ ਇਹਨਾਂ ਦੇ ਇਲੈਕਸ਼ਨ ਚ ਲਾਉਣੇ, ਇਹਨਾਂ ਦੀਆਂ ਲਗਜ਼ਰੀ ਜਿੰਨੀਆਂ ਲਾਈਫ ਆ ਉਹਨੂੰ ਸਪੋਰਟ ਕਰਨਾ। ਤੇ ਬੇਟੀ ਦੀ ਸੁਣਦਾ ਸੀ ਕਿਤੇ, ਕਹਿੰਦਾ ਜੀ ਉਹਨਾਂ ਨੇ ਐਵੀਡੈਂਸ ਐਪਰੀਸ਼ੀਏਟ ਕੀਤੇ ਆ ਸੁਪਰੀਮ ਕੋਰਟ ਨੇ, ਉਹਦੇ ਬੇਸ ਤੇ ਉਹਨਾਂ ਨੇ ਸਾਡੀ ਉਹ ਸੰਮਨ ਕੁਆਸ਼ ਕਰ ਦਿੱਤੀ। ਹੁਣ ਬੰਦਾ ਪੁੱਛੇ ਕਿ ਐਵੀਡੈਂਸ ਤਾਂ ਲੋਅਰ ਕੋਰਟ ਦੇਖਦੀ ਹੁੰਦੀ, ਸੁਪਰੀਮ ਕੋਰਟ ਐਵੀਡੈਂਸ ਥੋੜਾ ਦੇ ਦਿੰਦੀ। ਬਿਲਕੁਲ ਠੀਕ। ਇਹ ਤਾਂ ਬੇਸਿਕਲੀ ਕੀ ਹੁੰਦਾ, ਟ੍ਰਾਇਲ ਚੱਲਣਾ ਹੁੰਦਾ ਲੋਅਰ ਕੋਰਟ 'ਚ, ਉਹਦਾ ਡਿਸੀਜਨ ਆਉਂਦਾ, ਉਹ ਹਾਈ ਕੋਰਟ 'ਚ ਤੁਸੀਂ ਉਹਨੂੰ ਚੈਲੰਜ ਕਰਦੇ। ਬਿਲਕੁਲ ਠੀਕ। ਉਹਦਾ ਨਾ ਚੰਗਾ ਲੱਗਾ, ਉਹਨੂੰ ਤੁਸੀਂ ਅੱਗੇ ਸੁਪਰੀਮ ਕੋਰਟ ਚੈਲੰਜ ਕਰਦੇ। ਲੋਅਰ ਕੋਰਟ ਦੇ ਵਿੱਚ ਉਹ 9 ਬੰਦਿਆਂ ਨੂੰ ਸਜ਼ਾ ਹੋਈ, ਅਜੇ ਸਜ਼ਾ ਘੋਸ਼ਿਤ ਕਰਨੀ ਹੈ, ਜੇ ਸਿਰਫ ਕਨਵਿਕਟ ਫਾਈਨਲ ਕੀਤੇ ਸੀ, ਜਿੱਦਾਂ 9 ਬੰਦਿਆਂ ਨੂੰ ਇਹ ਮੰਨ ਲਿਆ ਸੀ ਐਵੀਡੈਂਸਿਸ ਤੋਂ ਕਿ ਹਾਂ ਬੰਦੇ ਇਹ ਗਿਲਟੀ ਹੈ। ਬਿਲਕੁਲ ਠੀਕ। ਪਰ ਉਹਨਾਂ ਨੂੰ ਅਜੇ ਸਜ਼ਾ ਨਹੀਂ ਸੁਣਾਈ ਸੀ। ਇੱਕ SIT ਚੱਲ ਰਹੀ ਸੀਗੀ ਨਾਲ, SIT ਨੇ ਆਪਣੀ ਰਿਪੋਰਟ ਦਿੱਤੀ ਉੱਥੇ ਕੋਰਟ ਦੇ ਵਿੱਚ, ਉਹਦੇ ਬੇਸ ਤੇ ਉਹਨਾਂ ਨੇ 319 ਦੀ ਐਪਲੀਕੇਸ਼ਨ ਲਾਈ। 319 CRPC ਜਜਮੈਂਟ ਪਈ ਸੁਪਰੀਮ ਕੋਰਟ ਦੀ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। ਇਹਦਾ ਪੈਰਾਗ੍ਰਾਫ ਨੰਬਰ 4 ਹੈ ਜੀ। ਮੈਂ ਬਾਰ-ਬਾਰ ਕਹਿਣਾ, ਇਹਦੇ ਵਿੱਚ ਵੇਖੋ ਲਿਖਿਆ, ਇੰਡਿਸਪਿਊਟੇਬਲੀ ਇਨ ਦੀ ਪ੍ਰੈਜ਼ੈਂਟ ਕੇਸ ਦੀ ਆਰਡਰਸ ਅੰਡਰ ਸੈਕਸ਼ਨ 319 ਹੈਜ਼ ਬੀਨ ਪਾਸਡ ਆਫਟਰ ਦੀ ਅਕਿਊਜ਼ਡ ਹੂ ਆਰ ਫੇਸਿੰਗ ਟ੍ਰਾਇਲ ਵਰ ਕਨਵਿਕਟਡ ਐਂਡ ਸੈਂਟੈਂਸਡ। ਇਹਦੇ 'ਚ ਹੁਣ ਮੈਂ ਤੁਹਾਨੂੰ ਗਲਤੀ ਦੱਸਦਾ, ਆਫਟਰ ਵਰਡ ਇਜ਼ ਰੋਂਗ। were convicted, they were convicted, yes, but they were not sentenced. ਸਜ਼ਾ ਨਹੀਂ ਦਿੱਤੀ ਸੀ, ਕਨਵਿਕਟ ਹੀ ਕੀਤਾ ਸੀਗਾ। ਆਫਟਰਵਰਡ ਨੀਗਾ, that was on the same day। ਮਤਲਬ wrong fact, ਮਤਲਬ ਫੈਕਟ ਦੇ ਉੱਤੇ ਇਹ ਕਹਿ ਦਿੱਤਾ ਗਿਆ ਵੀ ਇਹ ਦੋਸ਼ੀ ਨੇ ਸਜ਼ਾ ਸੁਣਾਈ ਜਾਵੇਗੀ ਜੀ। ਇੱਥੇ ਕਹਾਣੀ ਖੜੀ, ਬਸ ਉੱਥੇ ਖੜੀ ਸੀ, ਸਜ਼ਾ ਅਜੇ ਸੁਣਾਉਣੀ ਸੀ। ਇਹਦੇ 'ਚ ਆਫਟਰ ਵੀ ਗਲਤ ਆ, ਸੈਂਟੈਂਸਡ ਇਜ਼ ਰੋਂਗ। ਆਫਟਰ ਕਿੱਦਾਂ ਗਲਤ ਹੈ ਥੋੜਾ? ਆਫਟਰ ਇਹ ਜੀ ਸੇਮ ਡੇ, ਆਫਟਰ ਤੇ ਹੁੰਦਾ ਜਦੋਂ ਸਜ਼ਾ ਸੁਣਾਤੀ, ਉਸ ਤੋਂ ਬਾਅਦ ਦੀ ਗੱਲ ਹੈ। ਉਸ ਤੋਂ ਬਾਅਦ ਇਟ ਵਾਸ ਬਿਫੋਰ ਔਰ ਔਨ ਦਾ ਸੇਮ ਡੇ। ਇਟ ਵਾਸ ਔਨ ਦਾ ਸੇਮ ਡੇ। ਆਫਟਰ ਤਾਂ ਕਿਤੇ ਲਾਇਆ ਹੀ ਨਹੀਂ ਕਰਦਾ, ਮਤਲਬ ਰੋਂਗ ਫੈਕਟ ਦੇ ਉੱਤੇ ਰਿਲੀਫ ਲਿਆ। ਤੋਂ ਬਾਅਦ ਵਾਲੀ ਗੱਲ ਹੀ ਮੈਂ ਇਸ ਚੀਜ਼ ਤੇ ਰੌਲਾ ਵੀ ਪਾਉਂਦਾ ਰਿਹਾ। ਮੈਂ ਇਨਫੈਕਟ ਗਵਰਨਮੈਂਟ 'ਚ ਜਿੱਥੇ ਵੀ ਅਪਰੋਚ ਕਰਦੇ, ਮੈਂ ਸਾਰੇ ਤਾਂ ਇਹ ਕਿਹਾ ਕਿ ਇਹਦੀ ਰਿਵਿਊ ਪਟੀਸ਼ਨ ਪਾਓ, 30 ਦਿਨਾਂ ਦਾ ਹੁੰਦਾ ਟਾਈਮ, ਮੈਂ ਕਿਹਾ ਕਰੋ।
ਤੁਸੀਂ ਹੁਣ ਅੱਗੇ ਦੇਖ ਸਕਦੇ ਕਿ ਚਲੋ ਉੱਥੋਂ ਉਹਨਾਂ ਨੂੰ ਇਹ ਰਿਲੀਫ ਜ਼ਰੂਰ ਮਿਲ ਗਿਆ ਰੋਂਗ ਫੈਕਟਸ ਤੇ। ਗਲਤ ਫੈਕਟ ਆ, ਮੈਂ ਹੁਣ ਵੀ ਕੀ ਕਹਿੰਦਾ ਸਿੱਧੇ ਤੌਰ ਤੇ ਮਿਸਗਾਈਡ ਕੀਤਾ ਕੋਰਟ ਮਿਸਗਾਈਡ ਕੀਤਾ ਜੀ ਇਹਨੂੰ ਰਿਵਿਊ ਹਨੇਰੇ 'ਚ ਰੱਖਿਆ। ਹਾਂ, ਰਿਵਿਊ ਪਟੀਸ਼ਨ ਇਹਦੀ ਪਵੇ ਤੇ ਉੱਡਦਾ ਇਹ ਵੀ ਆਰਡਰ 319 ਵਾਲਾ ਵੀ ਉੱਡਦਾ ਆ, ਜਿਹੜੀ ਸਟੇ ਜਿਹਨੂੰ ਕਹਿੰਦੇ ਆ। ਬੇਸਿਕਲੀ ਇਹ ਤੁਹਾਡੇ ਮੂਹਰੇ ਜਜਮੈਂਟ ਰੱਖੀ, ਮੈਨੂੰ ਕਿਤੇ ਸਟੇ ਵਰਡ ਪੜਾ ਦਿਓ ਕਿਤੇ, ਨੋ ਵੇਅਰ ਇਟ ਸਟੇ। ਪ੍ਰੋਸੀਡਿੰਗ ਤੇ ਸਟੇ ਨਹੀਂ ਸੀਗੀ। ਹਾਂ, 319 ਦਾ ਜਿਹੜੇ ਆਰਡਰ ਤੋਂ ਅਰਾਈਜ਼ਿੰਗ ਕੋਈ ਕੇਸ ਹੋਊਗਾ ਉਹਦੇ ਬੇਸ ਤੇ ਜਿਹੜਾ ਸੀਗਾ ਪੂਰੇ ਉਹਦੇ 'ਚ ਕਿਤੇ ਨਹੀਂ ਜ਼ਿਕਰ, ਕਿਤੇ ਜੀ ਨੋ ਵੇਅਰ। ਬੇਸਿਕਲੀ ਸਿਰਫ ਇੱਕ ਸਮਨਸ ਨੂੰ ਮਤਲਬ ਸਟੇ ਕੀਤਾ ਸੀਗਾ ਉਹਨਾਂ ਪਾਰਟ ਉਹਦੀ ਪ੍ਰੋਸੀਡਿੰਗਸ ਨੂੰ। ਸੋ ਅੱਜ ਜਿਵੇਂ ਹੀ ਲੋਕ ਸਵੇਰੇ ਸੌਂ ਕੇ ਉੱਠੇ ਤਾਂ ਇੱਕ ਖਬਰ ਅਜਿਹੀ ਸੀਗੀ ਜਿਹੜੇ ਪੂਰੀ ਦੁਨੀਆ 'ਚ ਮੈਂ ਕਹਾਂਗਾ ਚਰਚਾ ਦਾ ਵਿਸ਼ਾ ਬਣ ਗਈ ਸੀ ਕਿ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਲਾਲਾਬਾਦ ਪੁਲਿਸ ਸਵੇਰੇ 6:30 ਵਜੇ ਚੰਡੀਗੜ੍ਹ ਦੇ ਘਰ ਪਹੁੰਚਦੀ ਹੈ ਤੇ ਖੁਦ ਖਹਿਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ FB ਰਾਹੀਂ ਲਾਈਵ ਵੀ ਹੋ ਗਏ ਸੀ, ਪੁਲਿਸ ਮੈਨੂੰ ਫੜਨਾ ਹੀ ਹੈ, ਤੇ 11:30 ਤੱਕ ਮਾਫ ਕਰਨਾ 8:30 ਵਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਵੀ ਜਿਹੜਾ ਹੈਗੀ ਪੈ ਗਈ ਸੀ 2 ਘੰਟੇ ਦੇ ਵਿੱਚ। ਆਪਾਂ ਦੇਖੀਏ ਤਾਂ ਵੱਖੋ-ਵੱਖ ਮੀਡੀਆ ਰਾਹੀਂ ਜਿਹੜਾ ਉਹਨਾਂ ਦੇ ਬੇਟੇ ਨੇ ਮਹਿਤਾਬ ਸਿੰਘ ਖਹਿਰਾ ਉਹ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਸਾਨੂੰ ਰਾਹਤ ਦਿੱਤੀ ਹੋਈ ਹੈ, ਸੁਪਰੀਮ ਕੋਰਟ ਦੇ ਆਰਡਰ ਸਾਡੇ ਹੱਕ ਦੇ ਵਿੱਚ ਨੇ। ਪੰਜਾਬ ਪੁਲਿਸ ਕਹੀਏ ਜਾਂ ਪੰਜਾਬ ਸਰਕਾਰ ਕਹੀਏ ਸਾਡੇ ਨਾਲ ਧੱਕਾ ਕਰ ਰਹੀ ਹੈ। ਵਾਕਈ ਸੁਖਪਾਲ ਖਹਿਰਾ ਨਾਲ ਧੱਕਾ ਹੋਇਆ। ਉਹਨਾਂ ਦੇ ਪੁੱਤਰ ਮਹਿਤਾਬ ਖਹਿਰਾ ਹਾਈ ਕੋਰਟ ਦੇ ਵਕੀਲ ਨੇ ਤੇ ਅਸੀਂ ਵੀ ਇਸ ਵੇਲੇ ਹਾਈ ਕੋਰਟ ਦੇ ਸਾਡੇ ਨਾਲ ਇੱਕ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹਰਸਿਮਰਨ ਸਿੰਘ ਘੁੰਮਣ ਮੌਜੂਦ ਨੇ। ਗੱਲਬਾਤ ਕਰਦੇ ਹਾਂ ਬਾਰੀਕੀ ਨਾਲ, ਤਕਨੀਕੀ ਹੋ ਕੇ ਕਾਨੂੰਨਨ ਪਹਿਲਾਂ ਤੋਂ ਸਮਝੂਆਂਗੇ ਵੀ ਰਾਹਤ ਸੀ ਜਾਂ ਰਾਹਤ ਇਹਨਾਂ ਵੱਲੋਂ ਬਣਾਈ ਗਈ ਸੀ। ਘੁੰਮਣ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਘੁੰਮਣ ਸਾਹਿਬ, ਇੱਥੋਂ ਹੀ ਆਪਾਂ ਸ਼ੁਰੂ ਹੁੰਦੇ ਹਾਂ। 2015 ਦਾ ਕੇਸ ਹੈ, ਤਕਰੀਬਨ 8 ਸਾਲ ਹੋ ਗਏ, 9 ਬੰਦਿਆਂ ਨੂੰ ਸਜ਼ਾ ਹੋ ਗਈ, 2 ਉਹਦੇ ਸ਼ਾਇਦ PO ਚੱਲ ਰਹੇ ਨੇ ਅੱਜ ਵੀ, ਤੇ ਇੰਨੇ ਚਿਰਾਂ ਬਾਅਦ ਆ ਕੇ ਵੀ ਇਸ ਤਰ੍ਹਾਂ ਕੁਝ ਹੋ ਸਕਦਾ ਜਦੋਂ ਕੇਸ ਖਤਮ ਹੀ ਹੋ ਗਿਆ? ਬੇਸਿਕਲੀ ਜੀ ਗੱਲ ਇਦਾਂ ਆ ਕਿ ਇਹ ਡਿਲੇ ਟੈਕਟਿਕਸ ਹੁੰਦੇ, ਪਹਿਲਾਂ ਵੀ ਮੈਂ ਗੱਲ ਕਰਦਾ। ਹੁਣ ਮੈਂ ਬਾਰ-ਬਾਰ ਇਹਨਾਂ ਦੀ ਇੰਟਰਵਿਊਜ਼ ਕਿਤੇ ਵੀ ਗੱਲ ਕਰਦੇ ਕਹਿੰਦੇ ਜੀ ਨਾ ਮੇਰਾ FIR ਚ ਨਾਮ, ਨਾ ਮੇਰਾ ਚਲਾਨ ਚ ਨਾਮ। ਅਸੀਂ ਸਭ ਤੋਂ ਪਹਿਲਾਂ ਚੀਜ਼ ਹੀ ਇਹੀ ਕੁਐਸਚਨ ਕਰਦੇ ਕਿ ਇਹਨਾਂ ਦੀ ਸੈਟਿੰਗ ਸੀ ਸਰਕਾਰ ਦੇ ਨਾਲ, ਜੈਨੂਇਨ ਕੇਸ ਆ। ਇੱਕ ਤੁਹਾਨੂੰ ਮੈਂ ਹਾਈ ਕੋਰਟ ਦਾ ਆਰਡਰ ਵੀ ਦਿਖਾ ਦੇਣਾ, ਉਹ ਚ ਜਿਮਨੀ ਨੰਬਰ 5 ਆ, 9 ਤਰੀਕ 3 ਮਹੀਨਾ 2015, ਜਿਹਦੇ ਵਿੱਚ ਸੁਖਪਾਲ ਖਹਿਰੇ ਦਾ ਨਾਮ ਆ। SP ਵੱਲੋਂ ਲਿਖਿਆ ਗਿਆ ਕਿ ਸੁਖਪਾਲ ਸਿੰਘ ਖਹਿਰਾ ਜਿੱਦਾਂ ਆਪਾਂ ਇਨਵੈਸਟੀਗੇਟ ਕਰੀ ਜਾਂਦੇ ਕੇਸ ਨੂੰ, ਸਾਰੀਆਂ ਕੜੀਆਂ ਜਿਹੜੀਆਂ ਆ ਉਹ ਸੁਖਪਾਲ ਖਹਿਰਾ ਵੱਲ ਜਾਂਦੀਆਂ। ਇਹ ਉਸ ਫਿਰ ਜਿਹੜੇ ਜਲਾਲਾਬਾਦ ਦੇ SP ਸੀ, ਨਾਮ ਜੇ ਯਾਦ? ਉਹਨਾਂ ਦਾ ਅਜਮੇਰ ਸਿੰਘ ਸੀਗਾ ਜੀ। ਅੱਛਾ। ਉਹਨਾਂ ਨੇ ਆਪਣੇ SSP ਨੂੰ, IG ਬਠਿੰਡਾ ਰੇਂਜ ਜਿਹੜੇ ਪੈਂਦੇ ਸੀ ਉਹਨਾਂ ਨੂੰ ਵੀ ਦੱਸਿਆ ਕਿ ਸੁਖਪਾਲ ਖਹਿਰੇ ਦਾ ਜਿਹੜਾ ਨਾਮ ਜਿੰਨੀ ਵੀ ਆਪਾਂ ਇਨਵੈਸਟੀਗੇਸ਼ਨ ਖੋਜਬੀਨ ਕਰਦੇ ਉਹਨਾਂ ਵੱਲ ਜਾ ਰਿਹਾ। ਠੀਕ ਹੈ। 2015 ਦੇ ਵਿੱਚ, ਕਿਉਂਕਿ ਗੱਲ ਤੇ ਅਸਲ 'ਚ ਇਹਨਾਂ ਦੀ ਉਸ ਤੋਂ ਪਹਿਲਾਂ ਦੀ ਨਸ਼ਾ ਤੇ ਬੜੇ ਚਿਰ ਦਾ ਵੇਚਦੇ ਆ ਇਹਨਾਂ ਦੇ। ਬੇਸਿਕਲੀ ਤੁਹਾਨੂੰ ਥੋੜਾ ਜਿਹਾ ਪਿੱਛੇ ਖੜਦਾ ਆ, ਇਹਨਾਂ ਦੇ ਫਾਦਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ DSP ਰਹੇ ਆ। ਨਾਮ ਉਹਦਾ ਨਾਮ ਸੁਖਜਿੰਦਰ ਖਹਿਰਾ, ਠੀਕ ਹੈ, ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਫਾਦਰ ਆ। ਬਿਲਕੁਲ ਠੀਕ ਹੈ। ਉਹ DSP ਬਾਰਡਰ ਰੇਂਜ ਤੇ ਰਹੇ ਆ, ਉੱਥੇ ਜ਼ਿਆਦਾਤਰ ਰਹਿਣ ਕਰਕੇ ਇਹਨਾਂ ਦੇ ਸਮਗਲਰਾਂ ਨੇ ਉਦੋਂ ਦੇ ਲਿੰਕ ਬਣੇ ਹੋਏ ਸੀ। ਵੈਸੇ ਪੰਜਾਬ ਪੁਲਿਸ 'ਚ ਸੀਗੇ? ਪੰਜਾਬ ਪੁਲਿਸ। ਅੱਛਾ। ਤੇ ਇਹਨਾਂ ਨੇ, ਤੁਸੀਂ ਜੇ ਰਿਕਾਰਡ ਚੈੱਕ ਕਰੋ ਕਿ ਸੁਖਪਾਲ ਸਿੰਘ ਖਹਿਰਾ ਦੇ ਫਾਦਰ ਜਿਹੜੇ ਆ ਉਹ ਰਿਟਾਇਰ ਨਹੀਂ ਹੋਏ। ਉਹਨਾਂ ਨੂੰ ਕੰਪਲਸਰੀ ਰਿਟਾਇਰਮੈਂਟ ਮਤਲਬ ਉੱਥੋਂ ਲੈਣੀ ਪਈ, ਮਜਬੂਰੀ, ਜਬਰੀ ਸੇਵਾ। ਬਿਲਕੁਲ। ਉਸ ਤੋਂ ਬਾਅਦ ਜਦੋਂ ਇਹ ਆਏ ਪਾਵਰ 'ਚ, ਇਹਨਾਂ ਨੇ ਸਿਸਟਮ ਇੰਨਾ ਸਾਂਭ ਲਿਆ ਉਹਨਾਂ ਦਾ। ਉਹੀ ਇੱਕ ਕਿਸਮ ਦਾ ਇਹਨੂੰ ਕੱਢਣਾ ਕਹਿ ਸਕਦੇ ਹਾਂ ਡਿਪਾਰਟਮੈਂਟ 'ਚ, ਇੱਕ ਕਿਸਮ। ਹਾਂਜੀ, ਕੱਢਣਾ ਡੈਫੀਨੇਟਲੀ। ਇਹੀ ਉਹਨਾਂ ਬੇਸਿਕਲੀ ਪੋਲਿਟਿਕਸ ਵੀ ਇਸੇ ਚੱਕਰ 'ਚ ਜੁਆਇਨ ਕੀਤੀ ਬਚਣ ਦੇ ਮਾਰੇ। ਸਿਆਸਤ 'ਚ ਆਉਣ ਦਾ ਵੀ ਪਰਪਸ ਇਹੀ ਸੀ। ਇਹ ਹੈਗੀ ਜੀ ਹਿਸਟਰੀ ਉਦੋਂ ਤੱਕ। ਠੀਕ ਹੈ। ਹੁਣ ਇਹਨਾਂ ਨੇ ਇੱਕ ਬੰਦਾ ਤਿਆਰ ਕੀਤਾ, ਗੁਰਦੇਵ ਸਿੰਘ ਦੇਬੀ, ਜਿਹੜਾ ਇਹਨਾਂ ਨੇ ਲੱਖਣ ਕੇ ਪੱਡਾ, ਸਾਡਾ ਭੁਲੱਥ ਹਲਕੇ ਦਾ ਇੱਕ ਪਿੰਡ ਆ, ਉਹਦਾ ਸਰਪੰਚ ਬਣਾਇਆ। ਬਾਅਦ ਚੋਂ ਉਹਨੂੰ ਆਪਣੀ ਰეკਮੈਂਡੇਸ਼ਨ ਤੇ ਸਾਡੇ ਮਾਰਕੀਟ ਕਮੇਟੀ ਢਿਲਵਾਂ ਪੈਂਦੀ ਭੁਲੱਥ ਹਲਕੇ ਦੇ ਵਿੱਚ, ਬਿਲਕੁਲ ਠੀਕ ਹੈ, ਉਹਦਾ ਚੇਅਰਮੈਨ ਨਿਯੁਕਤ ਕਰਵਾਇਆ, ਨੋਮੀਨੇਟ ਕਰਵਾਇਆ। ਉਹ ਬੰਦੇ ਨੂੰ ਸਾਰਾ ਦਾਰਮਦਾਰ ਸੰਭਾਲਿਆ ਨਸ਼ੇ ਦਾ। ਉਹ ਬੰਦਾ ਜਿਹੜਾ ਆ ਜਦੋਂ ਉੱਥੋਂ ਕੰਸਾਈਨਮੈਂਟ ਲੈਣ ਗਿਆ ਫਾਜ਼ਿਲਕਾ ਜੀ, ਉੱਥੋਂ ਜਦੋਂ ਕੰਸਾਈਨਮੈਂਟ ਲੈਣ ਗਿਆ ਤੇ ਉੱਥੇ ਉਹ ਫੜਿਆ ਗਿਆ ਜੀ। ਬਿਲਕੁਲ ਠੀਕ ਹੈ। ਠੀਕ ਹੈ ਜੀ। ਉਹਨਾਂ ਤੇ ਪਰਚਾ ਦਰਜ ਹੋਇਆ, 11 ਬੰਦਿਆਂ ਤੇ ਪਰਚਾ ਸੀਗਾ, ਉਹ ਚੋਂ ਇੱਕ ਬੰਦਾ ਪਾਕਿਸਤਾਨ ਦਾ ਸੀ। ਅੱਛਾ ਜੀ। ਨਾਮ ਯਾਦ? ਇਮਤਿਆਜ਼ ਅਲੀ ਅਲਿਆਸ ਕਾਲਾ ਜੀ। ਜੀ ਜੀ। ਉਹ ਉੱਥੇ ਦਾ ਰਹਿਣ ਵਾਲਾ, ਪਾਕਿਸਤਾਨ ਦਾ ਜੀ। ਤੇ ਇਹ 9 ਬੰਦਿਆਂ ਨੂੰ ਸਜ਼ਾ ਹੋ ਗਈ। ਗੁਰਦੇਵ ਸਿੰਘ ਇਹਨੂੰ? ਹਾਂਜੀ, ਇਹੀ ਗੁਰਦੇਵ ਸਿੰਘ ਜੀ। ਇਹ ਨਾਲ ਤੁਸੀਂ ਦੇਖਦੇ ਹੋ, ਤੁਹਾਡੇ ਕੋਲ ਜੇ ਫੋਟੋ ਪਹੁੰਚੀ ਹੋਣੀ, ਪੂਰੀ ਫੋਟੋ ਹੈਗੀ ਹੈ। ਖਹਿਰਾ ਨਾਲ ਬੈਠੇ? ਨਾਲ ਖਹਿਰਾ ਦੇ ਬੇਟਾ ਹੈ ਜੀ, ਮਹਿਤਾਬ ਹੈ ਨਾਲ, ਮਹਿਤਾਬ ਖਹਿਰਾ। ਠੀਕ ਹੈ। ਇਹ ਕੰਪੇਨਿੰਗ ਦੀ ਹੈ।
ਬਿਲਕੁਲ ਮੈਂ ਇਸੇ ਗੱਲ ਤੇ ਆ ਰਿਹਾ ਸੀਗਾ ਕਿ ਇਹ ਬੇਸਿਕਲੀ ਇਹ ਬੰਦੇ ਦਾ ਮੇਨ ਪਰਪਸ ਇਹ ਸੀਗਾ ਕੰਮ ਕਿ ਪੈਸੇ ਡਰਗ ਮਨੀ ਦੇ ਕਮਾਉਣੇ ਜੀ। ਉਹ ਇਹਨਾਂ ਦੇ ਇਲੈਕਸ਼ਨ ਚ ਲਾਉਣੇ, ਇਹਨਾਂ ਦੀਆਂ ਲਗਜ਼ਰੀ ਜਿੰਨੀ ਲਾਈਫ ਆ ਉਹਨੂੰ ਸਪੋਰਟ ਕਰਨਾ। ਉਹਦੇ ਚ ਇਹਨਾਂ ਦੀ ਬੇਟੀ ਦਾ ਵਿਆਹ ਵੀ ਸੀ, ਸੁਖਪਾਲ ਹੋਣਾ ਦੀ। ਤੇ ਹੁਣ ਜਿੱਦਾਂ ਸਵਾਲ ਚੱਕਦੇ, ਮੈਂ ਇਹਨਾਂ ਦੇ ਬੇਟੇ ਦਾ ਮੇਰੇ ਖਿਆਲ ਵਿਆਹ ਸੀ ਪਿੱਛੇ ਜੇ, ਤੇ ਉਦੋਂ ਇਹਨਾਂ ਦਾ 14 ਲੱਖ ਦਾ ਹਾਰ ਗੁਆਚਾ ਸੀ। ਉਹਦਾ ਪਰਚਾ ਦਰਜ ਹੋਇਆ ਇਹਨਾਂ ਦੇ PSO ਓਂਕਾਰ ਸਿੰਘ ਹੈ ਉਹਦੇ ਤੇ ਕਿ ਇਹਨਾਂ ਦਾ PA ਆ ਮਨੀਸ਼, ਜਿਹਨੂੰ ਇਸੇ ਕੇਸ ਦੇ ਵਿੱਚ ਜਿਹਦਾ ਰੌਲਾ ਪੈ ਰਿਹਾ, ਉਹ ਵੀ ਇਹਦੇ ਵਿੱਚ ਐਜ਼ ਐ ਐਡੀਸ਼ਨਲ ਅਕਿਊਜ਼ਡ ਸੱਦਿਆ ਗਿਆ ਸੀਗਾ। ਜਿਹੜੀ ਇਹ NDPS ਵਾਲੇ ਮਾਮਲੇ ਸੇਮ ਇਹਦੇ ਚ। ਤੇ ਹਾਰ ਵਾਲਾ ਪਰਚਾ ਚੰਡੀਗੜ੍ਹ? ਉਹ ਨਹੀਂ, ਉਹ ਹਾਂ ਇੱਥੇ 3 ਵਾਲੇ ਚ, 3 ਜਿਹੜਾ ਥਾਣਾ ਸੈਕਟਰ ਥਾਣਾ, ਅੱਛਾ, ਉਹਦੇ ਵਿੱਚ। ਤੇ ਉਹ ਲੋਕ ਬਾਕੀਆਂ ਨੂੰ ਸਵਾਲ ਕਰਦੇ, ਇਹਨਾਂ ਦੀ ਆਪ ਦੀ ਇਨਕਮ ਦਾ ਕੋਈ ਥਾਂ ਟਿਕਾਣਾ ਨਹੀਂ, ਜ਼ਮੀਨ ਜਾਇਦਾਦ ਜਿਹੜੀ ਇਹ ਆਪ ਵਾਹੀ ਨਹੀਂ ਕਰਦੇ, ਠੇਕੇ ਤੇ ਆ 51 ਕਿੱਲੇ। ਤੁਸੀਂ ਇਮੈਜਿਨ ਕਰ ਸਕਦੇ ਇੱਕ ਬੰਦਾ ਜਿਹੜੀ ਆਪਣੀ ਰਿਟਰਨ 4 ਲੱਖ ਭਰਦਾ ਹੋਵੇ ਸਾਲ ਦੀ, ਉਹ ਕਰੋੜਾਂ ਰੁਪਏ ਦਾ ਖਰਚਾ ਕਰਦਾ ਹੋਵੇ, ਗੱਡੀਆਂ ਮਹਿੰਗੀਆਂ ਰੱਖਦਾ ਹੋਵੇ, ਕੋਠੀ ਤੁਸੀਂ ਦੇਖੀ ਹੋਣੀ ਹੈ ਜਿਹੜਾ 6 ਨੰਬਰ ਪਲਾਟ ਹੈ 5 ਸੈਕਟਰ ਚ, ਇਹਨਾਂ ਦੀ ਰਾਮਗੜ੍ਹ ਕੋਠੀ ਦੇਖਿਓ, ਉਹ ਮੇਲ ਹੀ ਨਹੀਂ ਖਾਂਦੀ ਇਹਨਾਂ ਦੀ ਜਿੰਨੀ ਆਮਦਨ ਹੈ ਉਹਦੇ ਹਿਸਾਬ ਦੇ ਨਾਲ। ਤੇ ਉਹਦੇ ਬੇਸ ਤੇ ਬੇਸਿਕਲੀ ED ਦੇ ਵੀ ਕੇਸ ਤਾਂ ਹੀ ਇਹਦੇ ਤੋਂ ਚੱਲਿਆ ਸੀਗਾ। ਹੁਣ ਬਾਰ-ਬਾਰ ਮੈਂ ਇਹਨਾਂ ਦੇ ਬੇਟੇ ਦੀ ਸੁਣਦਾ ਸੀ, ਕਿਤੇ ਕਹਿੰਦਾ ਜੀ ਉਹਨਾਂ ਨੇ ਐਵੀਡੈਂਸ ਐਪਰੀਸ਼ੀਏਟ ਕੀਤੇ ਆ ਸੁਪਰੀਮ ਕੋਰਟ ਨੇ, ਉਹਦੇ ਬੇਸ ਤੇ ਉਹਨਾਂ ਨੇ ਸਾਡੀ ਉਹ ਸੰਮਨ ਕੁਆਸ਼ ਕਰ ਦਿੱਤੇ। ਹੁਣ ਬੰਦਾ ਪੁੱਛੇ ਕਿ ਐਵੀਡੈਂਸ ਤਾਂ ਲੋਅਰ ਕੋਰਟ ਦੇਖਦੀ ਹੁੰਦੀ, ਸੁਪਰੀਮ ਕੋਰਟ ਐਵੀਡੈਂਸ ਥੋੜਾ ਦੇ ਦਿੰਦੀ। ਬਿਲਕੁਲ ਠੀਕ। ਇਹ ਤਾਂ ਬੇਸਿਕਲੀ ਕੀ ਹੁੰਦਾ, ਟ੍ਰਾਇਲ ਚੱਲਣਾ ਹੁੰਦਾ ਲੋਅਰ ਕੋਰਟ ਚ, ਉਹਦਾ ਡਿਸੀਜਨ ਆਉਂਦਾ, ਉਹ ਹਾਈ ਕੋਰਟ ਚ ਤੁਸੀਂ ਉਹਨੂੰ ਚੈਲੰਜ ਕਰਦੇ ਆ। ਬਿਲਕੁਲ ਠੀਕ। ਉਹਦਾ ਨਾ ਚੰਗਾ ਲੱਗਾ, ਉਹਨੂੰ ਤੁਸੀਂ ਅੱਗੇ ਸੁਪਰੀਮ ਕੋਰਟ ਚੈਲੰਜ ਕਰਦੇ। ਬਿਲਕੁਲ ਠੀਕ। ਇਹਨਾਂ ਦੇ ਕੇਸ ਚ ਕੀ ਹੋਇਆ, ਲੋਅਰ ਕੋਰਟ ਦੇ ਵਿੱਚ ਉਹ 9 ਬੰਦਿਆਂ ਨੂੰ ਸਜ਼ਾ ਹੋਈ, ਅਜੇ ਸਜ਼ਾ ਘੋਸ਼ਿਤ ਕਰਨੀ ਹੈ, ਜੇ ਸਿਰਫ ਕਨਵਿਕਟ ਫਾਈਨਲ ਕੀਤੇ ਸੀ, ਜਿੱਦਾਂ 9 ਬੰਦਿਆਂ ਨੂੰ ਇਹ ਮੰਨ ਲਿਆ ਸੀ ਐਵੀਡੈਂਸਸ ਤੋਂ ਕਿ ਹਾਂ ਬੰਦੇ ਇਹ ਗਿਲਟੀ ਹੈ। ਬਿਲਕੁਲ ਠੀਕ। ਪਰ ਉਹਨਾਂ ਨੂੰ ਅਜੇ ਸਜ਼ਾ ਨਹੀਂ ਸੁਣਾਈ ਜਾਣੀ। ਹਾਂ, ਇੱਕ SIT ਚੱਲ ਰਹੀ ਸੀਗੀ ਨਾਲ, SIT ਨੇ ਆਪਣੀ ਰਿਪੋਰਟ ਦਿੱਤੀ ਉੱਥੇ ਕੋਰਟ ਦੇ ਵਿੱਚ, ਉਹਦੇ ਬੇਸ ਤੇ ਉਹਨਾਂ ਨੇ 319 ਦੀ ਐਪਲੀਕੇਸ਼ਨ ਲਾਈ। 319 CRPC ਉਹ ਬੇਸਿਕਲੀ ਜੀ ਜੱਜਿਸ ਨੂੰ ਪਾਵਰ ਹੁੰਦੀ ਹੈ। ਮੰਨ ਲਓ ਮੈਂ ਇੱਕ ਉਦਾਹਰਣ ਵਜੋਂ ਤੁਹਾਨੂੰ ਦੱਸਣਾ ਚਾਹੁੰਦਾ, ਮੰਨ ਲਓ ਕਿ 5 ਬੰਦਿਆਂ ਨੇ ਕੋਈ ਕਤਲ ਕੀਤਾ। ਹੁਣ 5 ਬੰਦਿਆਂ ਨੇ ਜੇ ਕਤਲ ਕੀਤਾ ਤੇ 4 ਬੰਦਿਆਂ ਨੂੰ ਸਜ਼ਾ ਹੋ ਗਈ, 5ਵੇਂ ਬੰਦੇ ਦਾ ਪਤਾ ਹੀ ਨਹੀਂ ਲੱਗਾ ਕੇਸ ਦੇ ਵਿੱਚ ਕਿ 5ਵਾਂ ਬੰਦਾ ਕੌਣ ਹੈ। ਠੀਕ ਹੈ। ਹੁਣ ਡਿਊਰਿੰਗ ਟ੍ਰਾਇਲ ਇਹ ਪਤਾ ਲੱਗਦਾ ਕਿ ਯਾਰ ਇੱਕ 5ਵਾਂ ਬੰਦਾ ਵੀ ਸੀਗਾ। ਉਹ 5ਵੇਂ ਬੰਦੇ ਨੂੰ ਜਦੋਂ ਸੱਦਣਾ ਹੈ ਟ੍ਰਾਇਲ ਚੱਲਦਿਆਂ ਕਿ ਉਹ ਫਿਰ ਉਹਨੂੰ 319 ਦੇ ਤਹਿਤ ਉਹ ਐਜ਼ ਐਡੀਸ਼ਨਲ ਅਕਿਊਜ਼ਡ ਸਮਨ ਕਰ ਲੈਂਦੇ ਜਾਂ ਨਾਨ ਅਵੇਲੇਬਲ ਵਾਰੰਟ ਵੀ ਇਸ਼ੂ ਕਰ। ਪੁਲਿਸ ਦੀ ਆਪਣੀ ਪਾਵਰ ਹੈ ਇਹ ਜੱਜ ਸਾਹਿਬ ਦੀ, ਕੋਰਟ ਦੀ ਪਾਵਰ। ਕੋਰਟ ਨੇ ਸੱਦਿਆ ਬੇਸਿਕਲੀ, ਪੁਲਿਸ ਤਾਂ ਲਿਖ ਕੇ ਦੇਗੀ ਤਾਂ ਹੀ ਕੰਮ ਚੱਲੇਗਾ। ਹਾਂਜੀ। ਬੇਸਿਕਲੀ ਉਹਨਾਂ ਨੇ ਉਹ 319 ਦੀ ਜਿਹੜੀ ਆਇਆ ਸੀਗਾ ਆਰਡਰ ਥੱਲੇ ਲੋਅਰ ਕੋਰਟ ਦਾ, ਇਹਨਾਂ ਨੇ ਹਾਈ ਕੋਰਟ ਚੈਲੰਜ ਕੀਤਾ। ਹਾਈ ਕੋਰਟ ਨੇ ਕੀ ਕੀਤਾ, ਹਾਈ ਕੋਰਟ ਨੇ ਕਿਹਾ ਕਿ ਇਹਦੇ ਚ ਪਾਕਿਸਤਾਨ ਦੀ ਇਨਵੋਲਵਮੈਂਟ ਆ, ਡਰਗ ਸਮਗਲਿੰਗ ਦੀ ਗੱਲ ਕਰ ਰਹੇ ਆ ਆਪਾਂ, ਵੈਪਨਸ ਦੀ ਗੱਲ ਕਰ ਰਹੇ ਆ, ਪਾਕਿਸਤਾਨ ਦੀ ਸ਼ਮੂਲੀਅਤ ਤੋਂ ਜਿਹੜਾ ਇਮਤਿਆਜ਼ ਅਲੀ ਏਲੀਅਸ ਕਾਲਾ, ਅੱਛਾ ਉਹ ਅੱਜ ਵੀ ਪੀਓ ਉਹ ਫਿਰ ਉਹ ਹੈ ਦੂਸਰੇ ਦੇਸ਼ ਆ, ਤੇ ਉਹਦੀ ਸ਼ਮੂਲੀਅਤ ਹੋਣ ਕਰਕੇ ਕਹਿੰਦੇ ਦਿਸ ਇਜ਼ ਅ ਵੈਰੀ ਸੀਰੀਅਸ ਕੇਸ, ਉਹ ਵਿੱਚ ਤੁਹਾਨੂੰ ਫਾਈਂਡਿੰਗਸ ਵੀ ਆ ਇੰਟਰਨੈਸ਼ਨਲ ਇਸ਼ੂ। ਤੇ ਉਹਨਾਂ ਕਿਹਾ ਕਿ ਤੁਹਾਨੂੰ ਜਿਹੜੇ ਉਹਨਾਂ ਨੂੰ ਇਹ ਰਿਲੀਫ ਦੇਤਾ ਕਿ ਉਹਨਾਂ ਦੇ ਜਿਹੜੇ ਨਾਨ ਅਵੇਲੇਬਲ ਵਾਰੰਟ ਸੀ ਉਹਨਾਂ ਨੂੰ ਸਮਨਸ ਕਨਵਰਟ ਕਰਤਾ ਕਿ ਤੁਹਾਨੂੰ ਬੇਲ ਦੀ ਦਿੱਤੀ ਰਾਹਤ, ਤੇ ਤੁਸੀਂ ਥੱਲੇ ਜਾ ਕੇ ਟ੍ਰਾਇਲ ਲੜੋ। ਇਹਨਾਂ ਟ੍ਰਾਇਲ ਲੜਨ ਦੀ ਥਾਂ ਤੇ ਸੁਪਰੀਮ ਕੋਰਟ ਚਲੇ ਗਏ ਲੀਗਲ ਉੱਤੇ, ਲਾਅ ਪੁਆਇੰਟ ਤੇ। ਇਹ ਕਹਿੰਦੇ ਜੀ ਮੈਨੂੰ ਸੰਮਨ ਕਰ ਹੀ ਨਹੀਂ ਸਕਦੇ, ਲੀਗੈਲਿਟੀ ਤੇ, ਕਿ ਕੇਸ ਖਤਮ ਹੋ ਗਿਆ ਸੀ। ਬੇਸਿਕਲੀ ਉੱਥੇ ਰੋਂਗ ਫੈਕਟ ਪ੍ਰੈਜ਼ੈਂਟ ਕੀਤੇ ਗਏ। ਅੱਜ ਜਿੱਦਾਂ ਹੁਣ ਉਹ ਜਜਮੈਂਟ ਪਈ ਸੁਪਰੀਮ ਕੋਰਟ ਦੀ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। ਇਹਦਾ ਪੈਰਾਗ੍ਰਾਫ ਨੰਬਰ 4 ਹੈ ਜੀ। ਮੈਂ ਬਾਰ-ਬਾਰ ਕਹਿਣਾ, ਇਹਦੇ ਵਿੱਚ ਵੇਖੋ ਲਿਖਿਆ ਇੰਡਿਸਪਿਊਟੇਬਲੀ ਇਨ ਦੀ ਪ੍ਰੈਜ਼ੈਂਟ ਕੇਸ ਦੀ ਆਰਡਰਸ ਅੰਡਰ ਸੈਕਸ਼ਨ 319 ਹੈਜ਼ ਬੀਨ ਪਾਸਡ ਆਫਟਰ ਦੀ ਅਕਿਊਜ਼ਡ ਹੂ ਆਰ ਫੇਸਿੰਗ ਟ੍ਰਾਇਲ ਵਰ ਕਨਵਿਕਟਡ ਐਂਡ ਸੈਂਟੈਂਸਡ। ਇਹਦੇ ਚ ਹੁਣ ਮੈਂ ਤੁਹਾਨੂੰ ਗਲਤੀ ਦੱਸਦਾ, ਆਫਟਰ ਵਰਡ ਇਜ਼ ਰੋਂਗ। ਅੱਛਾ, ਵਰ ਕਨਵਿਕਟਡ, ਦੇ ਵਰ ਕਨਵਿਕਟਡ ਯੈਸ ਬਟ ਦੇ ਵਰ ਨਾਟ ਸੈਂਟੈਂਸਡ। ਸਜ਼ਾ ਨਹੀਂ ਦਿੱਤੀ ਸੀ, ਕਨਵਿਕਟ ਹੀ ਕੀਤਾ ਸੀਗਾ। ਆਫਟਰ ਵਰਡ ਨੀਗਾ, ਦੈਟ ਵਾਸ ਔਨ ਦੀ ਸੇਮ ਡੇ। ਮਤਲਬ ਰੋਂਗ ਫੈਕਟ, ਮਤਲਬ ਫੈਕਟ ਦੇ ਉੱਤੇ ਇਹ ਕਹਿ ਦਿੱਤਾ ਗਿਆ ਵੀ ਇਹ ਦੋਸ਼ੀ ਨੇ ਸਜ਼ਾ ਸੁਣਾਈ ਜਾਵੇਗੀ ਜੀ। ਇੱਥੇ ਕਹਾਣੀ ਖੜੀ ਸੀ, ਬਸ ਉੱਥੇ ਖੜੀ ਸੀ, ਸਜ਼ਾ ਜੇ ਸੁਣਾਉਣੀ ਸੀ। ਇਟ ਵਿਲ ਬੀ, ਮਤਲਬ ਉਹ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਐਪਲੀਕੇਸ਼ਨ 4 ਨੰਬਰ ਪੁਆਇੰਟ ਹੈ। ਹਾਂ 4 ਨੰਬਰ ਜੀ। ਇਹਦੇ ਚ ਆਫਟਰ ਵੀ ਗਲਤ ਆ, ਸੈਂਟੈਂਸਡ ਇਜ਼ ਰੋਂਗ। ਆਫਟਰ ਕਿਦਾਂ ਗਲਤ ਹੈ ਥੋੜਾ ਸਮਝਾਓ। ਆਫਟਰ ਇਹ ਜੀ ਸੇਮ ਡੇ, ਆਫਟਰ ਤੇ ਹੁੰਦਾ ਜਦੋਂ ਸਜ਼ਾ ਸੁਣਾਤੀ ਉਸ ਤੋਂ ਬਾਅਦ ਦੀ ਗੱਲ ਹੈ। ਉਸ ਤੋਂ ਬਾਅਦ ਇਟ ਵਾਸ ਬਿਫੋਰ ਔਰ ਔਨ ਦਾ ਸੇਮ ਡੇ, ਇਟ ਵਾਸ ਔਨ ਦਾ ਸੇਮ ਡੇ। ਆਫਟਰ ਤਾਂ ਕਿਤੇ ਲਾਇਆ ਹੀ ਨਹੀਂ ਕਰਦਾ, ਮਤਲਬ ਰੋਂਗ ਫੈਕਟ ਦੇ ਉੱਤੇ ਰਿਲੀਫ ਲਿਆ ਤੋਂ ਬਾਅਦ ਵਾਲੀ ਗੱਲ ਹੀ ਨਹੀਂ। ਮੈਂ ਇਸ ਚੀਜ਼ ਤੇ ਰੌਲਾ ਵੀ ਪਾਉਂਦਾ ਰਿਹਾ। ਮੈਂ ਇਨਫੈਕਟ ਗਵਰਨਮੈਂਟ ਚ ਜਿੱਥੇ ਵੀ ਅਪਰੋਚ ਕਰਦੇ, ਮੈਂ ਸਾਰੇ ਥਾਂ ਇਹ ਕਿਹਾ ਕਿ ਇਹਦੀ ਰਿਵਿਊ ਪਟੀਸ਼ਨ ਪਾਓ, 30 ਦਿਨਾਂ ਦਾ ਹੁੰਦਾ ਟਾਈਮ। ਮੈਂ ਕਿਹਾ ਕਰੋ,
ਚਲੋ ਉਹਨਾਂ ਨੇ ਆਪਣਾ ਤਰੀਕਾ ਇਖਤਿਆਰ ਕੀਤਾ, ਤੁਸੀਂ ਹੁਣ ਅੱਗੇ ਦੇਖ ਸਕਦੇ ਕਿ ਚਲੋ ਉੱਥੋਂ ਉਹਨਾਂ ਨੂੰ ਇਹ ਰਿਲੀਫ ਜ਼ਰੂਰ ਮਿਲ ਗਿਆ ਰੋਂਗ ਫੈਕਟਸ ਤੇ। ਗਲਤ ਫੈਕਟ ਆ, ਮੈਂ ਹੁਣ ਵੀ ਕੀ ਕਹਿੰਦਾ ਸਿੱਧੇ ਤੌਰ ਤੇ ਮਿਸਗਾਈਡ ਕੀਤਾ ਕੋਰਟ ਨੂੰ? ਮਿਸਗਾਈਡ ਕੀਤਾ ਜੀ ਇਹਨੂੰ। ਰਿਵਿਊ ਹਨੇਰੇ 'ਚ ਰੱਖਿਆ। ਹਾਂ, ਰਿਵਿਊ ਪਟੀਸ਼ਨ ਇਹਦੀ ਪਵੇ ਤੇ ਉੱਡਦਾ ਇਹ ਵੀ ਆਰਡਰ 319 ਵਾਲਾ ਵੀ ਉੱਡਦਾ ਆ, ਜਿਹੜੀ ਸਟੇ ਜਿਹਨੂੰ ਕਹਿੰਦੇ ਆ। ਬੇਸਿਕਲੀ ਇਹ ਤੁਹਾਡੇ ਮੂਹਰੇ ਜਜਮੈਂਟ ਰੱਖੀ, ਮੈਨੂੰ ਕਿਤੇ ਸਟੇ ਵਰਡ ਪੜਾ ਦਿਓ ਕਿਤੇ, ਨੋ ਵੇਅਰ ਇਟ ਸਟੇ, ਪ੍ਰੋਸੀਡਿੰਗ ਤੇ ਸਟੇ ਨਹੀਂ ਸੀਗੀ। ਹਾਂ, 319 ਦਾ ਜਿਹੜੇ ਆਰਡਰ ਤੋਂ ਅਰਾਈਜ਼ਿੰਗ ਕੋਈ ਕੇਸ ਹੋਊਗਾ ਉਹਦੇ ਬੇਸ ਤੇ ਜਿਹੜਾ ਸੀਗਾ, ਪੂਰੇ ਉਹਦੇ 'ਚ ਕਿਤੇ ਨਹੀਂ ਜ਼ਿਕਰ, ਕਿਤੇ ਜੀ ਨੋ ਵੇਅਰ। ਬੇਸਿਕਲੀ ਸਿਰਫ ਇੱਕ ਸਮਨਸ ਨੂੰ ਮਤਲਬ ਸਟੇ ਕੀਤਾ ਸੀਗਾ ਉਹਨਾਂ ਪਾਰਟ, ਉਹਦੀ ਪ੍ਰੋਸੀਡਿੰਗਸ ਨੂੰ, ਕਿ 319 ਤੇ ਅੱਗੋਂ ਜਿਹੜੀ ਪ੍ਰੋਸੀਡਿੰਗ ਚੱਲੂਗੀ ਉਹ ਨਹੀਂ ਚੱਲੂਗੀ। ਪਰ ਹੁਣ ਕੇਸ ਤੇ ਨਹੀਂ ਕੋਈ ਬਾਰ ਸੀਗਾ, ਉਹਦੀ ਆ ਤੁਸੀਂ ਜਜਮੈਂਟ ਦੇਖ ਸਕਦੇ ਆ ਰਹੀ ਜਜਮੈਂਟ ਆ ਰਹੀ ਰੀਸੈਂਟ। ਹੁਣ ਤੁਸੀਂ ਇੱਥੇ ਥੱਲੇ ਤਰੀਕ ਪੜਿਓ ਜੀ, ਆ ਤਰੀਕ ਤੁਸੀਂ ਪੜ ਸਕਦੇ ਇੱਥੇ 13/4/2023। ਬਿਲਕੁਲ ਠੀਕ। ਇਹਦੇ ਵਿੱਚ ਜਿਹੜਾ ਮੋਟੇ ਤੌਰ ਤੇ ਲਾਈਏ 5 ਮਹੀਨੇ ਪੁਰਾਣੀ ਹੋਗੀ। ਹਾਂ, ਇਹਦੇ ਵਿੱਚ ਪੈਰਾਗ੍ਰਾਫ ਤੁਸੀਂ ਲਾਸਟ 8A ਪੜੋਗੇ ਜੀ, ਉਹ ਚ ਲਿਖਿਆ ਦੀ ਪ੍ਰੋਸੀਡਿੰਗ ਆਫ ਦਿਸ ਕੇਸ ਅਰਾਈਜ਼ਿੰਗ ਆਊਟ ਆਫ ਸਮਨਿੰਗ ਆਰਡਰ ਡੇਟਡ 31/10/2017, ਮਤਲਬ ਉਸੇ ਸੰਬੰਧ ਦੀ ਗੱਲ ਕਰ ਰਹੇ ਜਿਹੜੇ ਖਹਿਰਾ ਨੂੰ ਹੋਏ ਸੀਗੇ 319 ਦੇ ਜੀ। ਜਿਹੜੇ ਮੇਰੇ ਪ੍ਰੀਡਿਸੈਸਰ ਜਿਹੜਾ ਮੇਰੇ ਤੋਂ ਪਹਿਲਾਂ ਜੱਜ ਸੀ, ਉਹਨਾਂ ਨੇ ਜਿਹੜੇ ਆਰਡਰ ਕੀਤੇ ਸੀ ਉਹ ਤੋਂ ਕੋਈ ਵੀ ਪ੍ਰੋਸੀਡਿੰਗ ਇੱਥੋਂ ਚੱਲੂਗੀ ਉਹਨੂੰ ਅਸੀਂ ਡ੍ਰੌਪ ਕਰ ਰਹੇ ਹਾਂ। ਨਾਲ ਦੀ ਨਾਲ ਉਸ ਤੋਂ ਬਾਅਦ ਲਿਖਿਆ ਆ without bar to the right of state investigating agency set to carry out investigation inquiry with regard to the involvement of applicant and other suspect in the smuggling of drugs or to present charge sheet under section 173। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਸਿਰਫ 319 ਵਾਲਾ ਜਿਹੜਾ ਪਾਰਟ ਆ ਉਹਨੂੰ ਅਸੀਂ ਡ੍ਰੌਪ ਕਰ ਰਹੇ ਹਾਂ। ਪੁਲਿਸ ਚਾਵੇ, ਸਿੱਟ ਚਾਵੇ, ਚਾਹੇ ਕੋਈ ਹੋਰ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਇਹਦੇ 'ਚ ਇਨਵੈਸਟੀਗੇਸ਼ਨ ਅੱਗੇ ਕਰਨਾ ਚਾਹੁੰਦੀ ਹੈ ਜਾਂ ਕੋਈ ਚਲਾਨ ਪੇਸ਼ ਕਰਨਾ ਚਾਹੁੰਦੀ, ਉਹ ਕਰ ਸਕਦੀ, ਉਹਨਾਂ ਨੂੰ ਲਿਬਰਟੀ ਹੈ। ਮਤਲਬ ਘੁੰਮਣ ਸਾਹਿਬ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਸਪੈਸ਼ਲ ਕੋਰਟ ਦੇ ਜਿਹੜੇ ਜੱਜ ਸੀ ਜਗਮੋਹਨ ਸਿੰਘ ਸੰਘਾ, ਇਹਨਾਂ ਨੇ ਇਹ ਕਿਹਾ ਸੀਗਾ ਵੀ ਉਹ ਚੀਜ਼ ਸਟੇ ਹੈ ਪਰ ਪੁਲਿਸ ਤੇ ਕੋਈ ਰੋਕ ਨਹੀਂ ਹੈ ਜਾਂ ਕਿਸੇ ਵੀ ਏਜੰਸੀ ਤੇ। ਬੇਸਿਕਲੀ ਕੀ ਪਾਰਟ ਹੈ ਕਿ ਇੱਕ ਛੋਟਾ ਪਾਰਟ ਸੀਗਾ, ਸਿਰਫ ਗੱਲ ਇਹ ਸੀਗੀ ਕਿ ਸਮਨਿੰਗ ਗਲਤ ਤਰੀਕੇ ਨਾਲ ਕੀਤੀ ਜੀ। ਇਹਨੇ ਹੀ ਇਸ ਚੀਜ਼ ਤੇ ਮਤਲਬ ਲੈਵਰੇਜ ਲੈਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਗਲਤ ਤਰੀਕੇ ਨਾਲ ਸਮਨ ਕੀਤਾ। ਹਾਂ, ਉਹ ਲੈਵਰੇਜ ਉਹ ਵੀ ਗਲਤ ਫੈਕਟਸ ਤੇ ਸੀਗੀ, ਉਹ ਵੀ ਜੇ ਰਿਵਿਊ ਪੈਂਦਾ ਤੇ ਉਹ ਵੀ ਉੱਡ ਜਾਣੀ ਸੀਗੀ। ਤੁਸੀਂ ਜੇ ਉੱਥੇ ਕਿਹਾ ਸੀਗਾ ਅਸੀਂ ਨਹੀਂ ਜਾ ਸਕਦੇ ਬਿਕੋਜ਼ ਇਹ ਦੇਖੋ ਜੀ ਸਟੇਟ ਗਵਰਨਮੈਂਟ ਨੇ ਕਰਨਾ ਸੀਗਾ, ਏਜੀ ਆਫਿਸ ਦਾ। ਤੁਸੀਂ ਐਜ਼ ਅ ਵਿਸਲ ਬਲੋਅਰ ਨਹੀਂ ਕੀਤਾ ਕੰਮ? ਨਹੀਂ ਕੀਤਾ ਜੀ, ਡੈਫੀਨਿਟਲੀ। ਇੱਥੇ ਆਪਾਂ ਜਿੰਨੀਆਂ ਵੀ ਇੰਟਰਵਿਊ ਸਾਰੇ ਥਾਂ ਦੱਸਦੇ ਰਹੇ ਆ, ਬਟ ਚਲੋ ਦੇ ਚੂਜ਼ ਦਾ ਅਦਰ ਵੇ। ਹੁਣ ਉਹਨਾਂ ਨੇ ਜਿਹੜੀ ਉਹਨਾਂ ਨੂੰ ਲਿਬਰਟੀ ਮਿਲੀ ਹੋਈ ਸੀ ਕੋਰਟ ਵੱਲੋਂ ਕਿ ਉਹ SIT ਬਣਾ ਕੇ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਕਰ ਸਕਦੇ ਆ, ਚਾਰਜ ਸ਼ੀਟ ਫਾਈਲ ਚਲਾਨ ਪੇਸ਼ ਕਰ ਸਕਦੇ ਆ, ਤੇ ਉਹਨਾਂ ਨੇ ਦੇ ਹੈਵ ਡਨ ਇਟ, ਤਾਂ ਦੇ ਆਰ ਲੀਗਲੀ ਰਾਈਟ ਓਨਲੀ, ਤੇ ਇਹਦੇ ਚ ਕੁਝ ਵੀ ਗਲਤ ਨਹੀਂ। ਉਹਦਾ ਆਪਣਾ ਕਹੀਏ ਇਹਨਾਂ ਦੇ ਬੇਟੇ ਦਾ ਬਾਰ-ਬਾਰ ਕਹਿਣਾ, ਮਹਿਤਾਬ ਖਹਿਰਾ ਦਾ ਕਹਿਣਾ ਸੁਪਰੀਮ ਕੋਰਟ ਦੇ ਆਰਡਰ ਸਾਡੇ ਹੱਕ ਚ ਨੇ, ਉਹਨਾਂ ਕੋ ਫਿਰ ਜਾ ਕੇ ਉਹਨਾਂ ਕੋ ਸੁਪਰੀਮ ਕੋਰਟ ਅਜੇ ਵੀ ਉੱਥੇ ਆ, ਹਾਈ ਕੋਰਟ ਵੀ ਉੱਥੇ ਆ, ਐਪਲੀਕੇਸ਼ਨ ਆਪਣੀ ਦਾਇਰ ਕਰਨ ਤੇ ਉੱਤੇ ਸਟੇ ਲੈ ਲੈਣ, ਸਟੇ ਮਿਲਣੀ ਨਹੀਂ। ਗੱਲ ਅਸਲ 'ਚ ਇਹ ਹੈ ਨਾ, ਮੈਂ ਤੁਹਾਨੂੰ ਦੱਸ ਰਿਹਾ ਕਿ ਪਿਛਲੇ ਵੀ ਫੈਕਟ ਗਲਤ ਦੇ ਕੇ ਜਿਹੜੀ ਰਿਲੀਫ, ਜਿਹੜਾ ਛੋਟਾ ਰਿਲੀਫ ਲਿਆਈ, ਉਹ ਵੀ ਉਹਨੂੰ ਪ੍ਰੈਜ਼ੈਂਟ ਇਦਾਂ ਕਰ, ਜਦੋਂ ਹੁਣ ਚੜ੍ਹਦੇ ਆ ਗੱਡੀ 'ਚ, ਮੈਂ ਅੱਗੇ ਵੀ ਸੁਣਿਆ, ਪਹਿਲਾਂ ਵੀ ਸੁਣਿਆ ਇਹਨਾਂ ਦੇ ਮੂੰਹ ਤੋਂ, ਮੈਂ ਤਾਂ ਸੁਪਰੀਮ ਕੋਰਟ ਤੋਂ ਬਰੀ ਆ। ਸੁਪਰੀਮ ਕੋਰਟ ਤੋਂ ਕੌਣ ਬਰੀ ਹੁੰਦਾ ਜੀ? ਲੋਅਰ ਕੋਰਟ ਸਜ਼ਾ ਬਰੀ ਤਾਂ ਹੈ ਜੇ ਸਜ਼ਾ ਹੋਈ ਹੋਵੇ, ਤੂੰ ਉਹਨੂੰ ਚੈਲੰਜ ਕੀਤਾ, ਸਜ਼ਾ ਤੇ ਹੋਈ ਨਹੀਂ। ਉਹੀ ਤੇ ਅਸੀਂ ਕਹਿ ਰਹੇ ਹਾਂ ਕਿ ਟ੍ਰਾਇਲ ਫੇਸ ਕਰੋ, ਥੱਲੇ ਕੋਰਟ 'ਚ ਜਾਓ, ਕੇਸ ਲੜੋ, ਇਨਵੈਸਟੀਗੇਸ਼ਨ ਜੁਆਇਨ ਕਰੋ। ਐ ਥੋੜਾ ਹੈ ਜੀ ਉਹਨਾਂ ਨੂੰ ਚੱਕ ਕੇ ਲੈ ਗਏ ਤੇ ਕਿਤੇ ਸੁਖਪਾਲ ਖਹਿਰਾ ਨੂੰ ਫਾਂਸੀ ਦੇਤੀ ਹੈ, ਨਹੀਂ। ਉੱਥੇ ਕੇਸ ਚੱਲਣਾ ਹੈ, ਉਹਨਾਂ ਦੀ ਸੁਣਵਾਈ ਹੋਣੀ। ਜੇ ਇੱਕ ਪਾਸਿਓਂ ਜੇ ਸਰਕਾਰ ਦੇ ਇੱਕ ਪਾਸਿਓਂ ਜੇ ਵਕੀਲ ਪੇਸ਼ ਹੋਣੇ ਤੇ ਇਹਨਾਂ ਦੇ ਵੀ ਤੇ ਕੋਰਟ 'ਚ ਪੇਸ਼ ਹੋਣੇ ਆ, ਕੋਰਟ 'ਚ ਕੇਸ ਚੱਲਣਾ ਹੈ। ਅੱਛਾ ਘੁੰਮਣ ਸਾਹਿਬ, ਜਦੋਂ ਪਹਿਲਾਂ ਇਹ ਮਾਮਲਾ ਪਹੁੰਚਿਆ ਸੀ ਤਾਂ ਆਪਾਂ ਗੱਲ ਕਰੀਏ ਬਈ, ਜਾਂ ਤਾਂ ਪੰਜਾਬ ਸਰਕਾਰ ਨੇ ਵੀ ਉਸ ਟਾਈਮ ਜਦੋਂ ਸੁਪਰੀਮ ਕੋਰਟ ਤੇ ਦਾਅਵਾ ਕਰਦੇ ਸਾਨੂੰ ਰਾਹਤ ਮਿਲ ਗਈ ਸੀ, ਤੇ ਜਿਹੜੇ ਕੇਂਦਰ 'ਚ ਵਕੀਲ ਬੈਠੇ ਹੋਣੇ ਜਿਹੜੇ ਸਾਡੀ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ, ਜਾਂ ਪੰਜਾਬ ਸਰਕਾਰ ਨੇ ਕੋਈ ਆਪਣੀ ਸਟਰੋਂਗ ਪ੍ਰੈਜੈਂਟੇਸ਼ਨ ਦਿੱਤੀ ਉਸ ਟਾਈਮ? ਗੱਲ ਇਦਾਂ ਹੈ ਕਿ ਮੈਂ, ਜਾਂ ਕਮੀ ਰਹਿ ਗਈ ਕੋਈ, ਪਤਾ ਨਹੀਂ ਜੀ, ਹੀ ਨੋਜ਼ ਬੈਟਰ ਜਾਂ ਫਿਰ ਗਵਰਨਮੈਂਟ ਨੋਜ਼ ਬੈਟਰ। ਆਪਣਾ ਕੰਮ ਸੀ ਉਹਨਾਂ ਨੂੰ ਦੱਸਣਾ, ਤੇ ਇਨਫੈਕਟ ਏਜੀ ਆਫਿਸ ਤੱਕ ਵੀ ਅਪਰੋਚ ਕੀਤੀ ਫॉर द ਸੇਮ ਆਲਸੋ। ਕਈ ਵਾਰੀ ਕੀ ਹੁੰਦਾ, ਇਟਸ ਨਾਟ ਅਬਾਊਟ ਯੂਰ ਲੱਕ ਆਲਸੋ, ਕਈ ਵਾਰੀ ਨਹੀਂ ਉਹਨਾਂ ਚੱਜ ਨਾਲ ਜਿੱਦਾਂ ਕਰਨਾ ਚਾਹੀਦਾ ਸੀਗਾ ਉਦਾਂ ਨਹੀਂ ਕੀਤਾ, ਮਤਲਬ ਅਕੋਰਡਿੰਗ ਟੂ ਮੀ ਕਮੀ ਰਹਿ ਗਈ ਸੀ। ਆਪਾਂ ਜੇ ਕਹੀਏ, ਮੈਂ ਮੰਨ ਸਕਦਾ ਜੀ, ਇਹ ਹੋ ਸਕਦਾ ਕੋਈ ਹੋਰ ਵਕੀਲ ਕਵੇ, ਉਹ ਕਵੇ ਕਿ ਕਿਆ ਬਹੁਤ ਵਧੀਆ ਪੇਸ਼ ਕੀਤੇ ਫੈਕਟ। ਹੁਣ ਸਾਡੇ ਵਿਰੋਧੀ ਹੈ, ਮੈਨੂੰ ਲੱਗਦਾ ਕਿ ਆਹ ਚੀਜ਼ ਕਹਿੰਦੇ ਤੇ ਆਹ ਹੋਣਾ ਸੀ, ਫਿਰ ਵਿੱਚ ਫੈਕਟ ਔਨ ਰਿਕਾਰਡ ਹੈ ਜੀ। ਮੈਂ ਮਤਲਬ ਤੁਹਾਨੂੰ ਉਹਨੂੰ ਛੱਡੋ ਕਿ ਇੱਥੇ ਪ੍ਰੂਵ, ਜੱਜ ਸਾਹਿਬ ਨੂੰ ਤਾਂ ਕੀ ਕਰਨਾ, ਮੈਂ ਤੁਹਾਨੂੰ ਪ੍ਰੂਵ ਕਰ ਦਿੰਦਾ ਜਜਮੈਂਟ ਹੈ ਜੀ, ਜਿਹੜੇ ਇਹਨਾਂ ਦੇ ਪ੍ਰੀਡਿਸੈਸਰ ਸੀਗੇ। ਬਿਲਕੁਲ ਠੀਕ ਹੈ। ਹਾਂ, ਜਿਹੜੇ ਫਾਜ਼ਿਲਕਾ ਉਹਦੇ ਕੋਰਟ ਦੇ, ਠੀਕ ਹੈ, ਉਹਦੇ ਵਿੱਚ ਹੁਣ ਕਿੱਦਾਂ ਪ੍ਰੂਵ ਹੁੰਦਾ ਕਿ ਆਫਟਰਵਰਡ ਗਲਤ ਆ ਤੇ ਸੈਂਟੈਂਸ ਗਲਤ ਆ। ਜਦੋਂ ਐਪਰੀਸ਼ੀਏਟ ਕਰ ਰਹੇ ਸੀਗਾ, ਵਿੱਚ ਲਿਖਿਆ ਹੋਣਾ, ਐਜ਼ ਦੀ ਥਿੰਗ ਸਟੈਂਡ ਆਊਟ, ਦਿਸ FIR ਨੰਬਰ 35 ਵਾਜ਼ ਰਜਿਸਟਰਡ
and challan against 10 accused were presented by mentioning that after investigation challan against the remaining accused will also be filed ਕਿ 10 ਦੇ ਖਿਲਾਫ ਕਰ ਦਿੱਤੇ ਬਾਕੀਆਂ ਦੇ ਖਿਲਾਫ ਵੀ ਕਰ ਦਿੱਤੇ ਜਾਣਗੇ ਬਿਲਕੁਲ till date no challan is presented against other accused whose names are mentioned in the application under 390 ਮਤਲਬ other accused ਕਿਹੜੇ ਸੀ other accused ਸੁਖਪਾਲ ਸਿੰਘ ਖਹਿਰਾ ਚਰਨਜੀਤ ਕੌਰ ਜਿਹੜੀ ਉਹਦੀ ਗੁਰਦੇਵ ਸਿੰਘ ਦੇਬੀ ਦੀ ਸਿਸਟਰ ਸੀ ਇੱਕ ਮੇਜਰ ਸਿੰਘ ਇੱਕ ਮਨਜੀਤ ਸਿੰਘ ਆ ਕੋਈ ਇੱਕ ਹੈਗਾ ਆ ਇਹਨਾਂ ਦਾ ਮਨੀਸ਼ ਪੀਏ ਸੁਖਪਾਲ ਖਹਿਰੇ ਦਾ ਜੀ ਉਹਦੇ ਖਿਲਾਫ ਕੋਈ ਅਜੇ ਤੱਕ ਚਲਾਨ ਨਹੀਂ ਵਾਈਡ ਮਾਈ ਸੈਪਰੇਟ judgment all the accused against whom challan was presented except one are convicted today ਮਤਲਬ ਜੱਜ ਉਹ ਕਹਿ ਰਿਹਾ ਕਿ except one are convicted today ਮਤਲਬ ਜਿਨ੍ਹਾਂ ਨੂੰ ਮੈਂ ਅੱਜ ਕਨਵਿਕਟ ਕਰ ਦਿੱਤਾ ਆ ਬਿਲਕੁਲ ਠੀਕ ਕਹਿਣ ਦਾ ਮਤਲਬ ਜਦੋਂ 319 ਦੀ ਐਪਲੀਕੇਸ਼ਨ ਨੂੰ ਮਤਲਬ ਔਨ ਰਿਕਾਰਡ ਲੈ ਰਹੇ ਸੀਗੇ ਉਹਦੇ ਤੇ ਜਦੋਂ ਆਰਡਰ ਪਾਸ ਕਰ ਰਹੇ ਸੀ ਰਾਈਟ ਅਵੇ ਇਟ ਵਾਸ ਮੈਂਸ਼ਨਡ ਕਿ ਉਹਦੇ ਵਿੱਚ ਮੈਂਸ਼ਨ ਹੈ ਜਜਮੈਂਟ ਦੇ ਵਿੱਚ ਕਿ ਉਹ ਅਜੇ ਕਨਵਿਕਟ ਹੀ ਹੈ ਇੱਥੇ ਨਹੀਂ ਤਾਂ ਵਰਡ ਹੋਣਾ ਸੀ ਵਨਸ ਆਰ ਕਨਵਿਕਟਡ ਐਂਡ ਸੈਂਟੈਂਸ ਇਹ ਜਿਹੜੇ ਤੁਸੀਂ 4-5 ਨਾਮ ਲਏ ਨੇ ਮਨੀਸ਼ ਦੀ ਗੱਲ ਕੀਤੀ ਚਰਨਜੀਤ ਦੀ ਦੇਬੀ ਦੀ ਸਿਸਟਰ ਦੀ ਜਿਹੜੇ 9 ਨੂੰ ਸਜ਼ਾ ਹੋਗੀ 2 ਪੀਓ ਨੇ ਇੱਕ ਨੀਲ ਤੇ ਇੱਕ ਆਪਣਾ ਕਾਲਾ ਪਾਕਿਸਤਾਨ ਵਾਲਾ ਹਾਂਜੀ ਕਾਲਾ ਨੀਲੂ ਇਹ ਉਸ ਤੋਂ ਇਲਾਵਾ ਨੇ ਇਹ ਤੋਂ ਇਲਾਵਾ ਜੀ ਇਹ ਬੇਸਿਕਲੀ ਐਡੀਸ਼ਨਲ ਅਕਿਊਜ਼ ਸਮਨ ਕੀਤੇ ਉਹੀ ਬੰਦੇ ਇਹ ਸਾਰੇ 319 ਵਾਲੇ ਚੱਕਰ ਚ ਆਉਂਦੇ ਸਾਰੇ 319 ਵਾਲੇ ਚੱਕਰ ਚ ਆਉਂਦੇ ਬੇਸਿਕਲੀ ਜੇ ਉਹ ਸੱਚੇ ਹੁੰਦੇ ਆ ਇੱਥੇ ਕਨਵਿਕਟਡ ਓਨਲੀ ਨਹੀਂ ਟੁਡੇ ਨਹੀਂ ਲਿਖਿਆ ਹੋਣਾ ਸੀਗਾ ਇੱਥੇ ਕਨਵਿਕਟਡ ਐਂਡ ਸੈਂਟੈਂਸਡ ਟੁਡੇ ਵਰਡ ਦੋਸ਼ੀ ਗਰਦਾਨਿਆਂ ਤੇ ਸਜ਼ਾ ਦਿੱਤੀ ਦੋਸ਼ੀ ਗਰਦਾਨਿਆਂ ਇੱਥੇ ਸਿਰਫ ਇਹ ਲਿਖਿਆ ਹੈ ਕਿ ਦੇ ਆਰ ਕਨਵਿਕਟਡ ਸਜ਼ਾ ਜੇ ਦਿੱਤੀ ਨਹੀਂ ਦੋਸ਼ੀ ਦੋ ਸ਼ਾਇਦ ਹੋਣਗੇ ਇਸ ਕਰਕੇ ਜੇ ਆ ਸੱਚ ਆ ਤਾਂ ਫਿਰ ਆ ਝੂਠ ਆ ਤੇ ਜੇ ਇਹ ਸੱਚ ਹੈ ਹਾਂ ਉਹ ਝੂਠ ਹੈ ਪਰ ਬੇਸਿਕਲੀ ਇਹਦੀ ਸੱਚ ਹੋਣ ਦੀ ਪੁਸ਼ਟੀ ਜ਼ਿਆਦਾ ਹੁੰਦੀ ਕਿਉਂਕਿ ਆ ਪਹਿਲਾਂ ਦਾ ਹੈ ਜੀ ਹਾਂ ਕਿਉਂਕਿ ਇਹਦੇ ਫੈਕਟ ਇਹਦੇ ਬੇਸ ਤੇ ਇਹ ਜਜਮੈਂਟ ਆ ਜੇ ਆ ਜਜਮੈਂਟ ਨਾ ਹੁੰਦੀ ਆ ਆਰਡਰ ਨਾ ਹੁੰਦਾ ਥੱਲੇ ਲੋਅਰ ਕੋਰਟ ਦਾ ਤੇ ਆ ਆਰਡਰ ਪਾਸ ਕਿਦਾਂ ਕਰਨਾ ਸੀ ਚੈਲੰਜ ਕਿਹਨੂੰ ਕਰ ਰਹੇ ਚੈਲੰਜ ਤਾਂ ਇਹਨੂੰ ਕਰ ਰਹੇ ਸੀ ਠੀਕ ਹੈ ਤੇ ਇਹਨੂੰ ਜੇ ਚੈਲੰਜ ਕਰ ਰਹੇ ਤੇ ਫੈਕਟ ਤੇ ਕੁਝ ਹੋਰ ਲਿਖਿਆ ਇੱਥੇ ਕੁਝ ਹੋਰ ਸ਼ੋ ਹੋ ਰਿਹਾ ਇੱਕ ਸਵਾਲ ਹੋਰ ਆਪਣਾ ਘੁੰਮਣ ਸਾਹਿਬ ਜ਼ਿਹਨ ਚ ਆ ਰਿਹਾ ਇਹ ਐਨਡੀਪੀਐਸ ਐਕਟ ਦਾ ਪਰਚਾ ਸੀਗਾ ਇਹਦੇ ਚ ਖਹਿਰਾ ਕੀ ਹੈ ਐਜ਼ ਅ ਡਰੱਗ ਪੈਡਲਰ ਜੀ ਬੇਸਿਕਲੀ ਹੀ ਵਾਸ ਦੀ ਯੂ ਕੁਡ ਸੇ ਉਹਦੇ ਚ ਉਹਨਾਂ ਵਰਡ ਵੀ ਯੂਜ਼ ਕੀਤਾ ਕਿੰਗਪਿਨ basically he was managing the whole racket ਕਿਉਂਕਿ ਗੱਲ ਕੰਸਰਨ ਇਸ ਚੀਜ਼ ਦਾ ਹੈ ਕਿ ਇਹ ਚੀਜ਼ ਪੁਲਿਸ ਕੋਲ ਪੁਖਤਾ ਹੈ ਜੀ ਬਿਲਕੁਲ ਡੈਫੀਨਿਟਲੀ ਕਿਉਂਕਿ ਉਹਦੇ ਚ ਜੇ ਕੋਈ ਬੰਦਾ ਐਸਪੀ ਲੈਵਲ ਦਾ ਜੇ ਕੋਰਟ ਚ ਆ ਕੇ ਬਿਆਨ ਦਿੰਦਾ ਆ that means that there is something ਸ਼ੱਕ ਦੇ ਆਧਾਰ ਤੇ ਤਾਂ ਕਹੇਗਾ ਨਹੀਂ ਮੈਨੂੰ ਸ਼ੱਕ ਹੈ ਸ਼ੱਕ ਉਹ ਐਵੀਡੈਂਸਸ ਆਰ देयर ਮੈਂ ਅੱਗੇ ਵੀ ਗੱਲ ਕਰਦਾ ਅੱਛਾ ਉਸ ਟਾਈਮ ਕੋਈ ਐਸਐਸਪੀ ਆਈਜੀ ਯਾਦ ਨੇ ਨਾਮ ਕੌਣ ਸੀਗੇ ਵਿੱਚ ਜੀ ਦੇ ਆਰ ਮੈਂਸ਼ਨਡ ਯਾਰ ਆਈਜੀ ਆਪਾਂ ਚਲੋ ਨਹੀਂ ਉਹ ਇੱਕ ਗੱਲ ਉੱਠ ਕੇ ਆ ਰਹੀ ਹੈ ਕਹਿੰਦੇ ਸਵਪਨ ਸ਼ਰਮਾ ਜਿਹੜੇ ਆਈਪੀਐਸ ਨੇ ਦੋਹਰੀ ਭੂਮਿਕਾ ਰਹੀ ਉਹਨਾਂ ਦੀ ਇਸ ਕੇਸ 'ਚ ਉਹ ਕਿੱਦਾਂ ਗੱਲ ਉੱਠ ਕੇ ਆ ਰਹੀ ਹੈ ਪਤਾ ਨਹੀਂ ਜੀ ਇਹ ਤਾਂ ਉਹ ਹੀ ਦੱਸ ਸਕਦੇ ਕਿ ਕਿੱਦਾਂ ਦੋਹਰੀ ਭੂਮਿਕਾ ਰਹੀ ਉਹ ਤਾਂ ਬੇਸਿਕਲੀ ਹੀ ਵਾਸ ਪਾਰਟ ਆਫ ਐਸਆਈਟੀ ਦੇ ਉਹ ਇਸ ਟਾਈਮ ਚੀਫ ਆ ਤੇ ਉਹਨਾਂ ਦੇ ਅੰਡਰ ਇੱਕ ਐਸਐਸਪੀ ਦੋ ਐਸਪੀ ਜਿਹੜੇ ਆ ਉਹਨਾਂ ਦੀ ਉਹ ਮੈਂਬਰ ਆ ਐਸਆਈਟੀ ਦੇ ਤੇ ਉਹਨਾਂ ਨੇ ਉਸ ਬੇਸ ਤੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਚੋਣਾਂ ਤੋਂ ਪਹਿਲਾਂ ਘੁੰਮਣ ਸਾਹਿਬ ਜਿਹੜੀਆਂ ਆਪਣੀ 2022 ਦੀਆਂ ਚੋਣਾਂ ਸੀ ਇਹ ਜੇਲ੍ਹ ਦੇ ਵਿੱਚ ਸੀਗੇ ਤੇ ਇਸ ਚੀਜ਼ ਨੂੰ ਬੜਾ ਪਲੱਸ ਪੁਆਇੰਟ ਦੇਖਦੇ ਆ ਦੇਖੋ ਜੀ ਆਈ ਐਮ ਦਾ ਬਿਗੇਸਟ ਹੋਨੈਸਟ ਤਾਂ ਹੀ ਮੈਂ ਜੇਲ੍ਹ 'ਚ ਬੈਠਾ ਜਿੱਤ ਗਿਆ ਜੋ ਇਹ ਗੱਲਾਂ ਕਰਦੇ ਆ ਉਹ ਜਿਹੜਾ ਸੀਗਾ ਈਡੀ ਦਾ ਇਸ਼ੂ ਸੀਗਾ ਇਹਨਾਂ ਦਾ ਹਨਾ ਕਿ ਡਰੱਗ ਤਾਂ ਕਹਿ ਲਓ ਵੀ ਮੰਨੀ ਤੋਂ ਤੁਸੀਂ ਪੈਸਾ ਕਮਾਇਆ ਜਾਂ ਜਿੱਦਾਂ ਵੀ ਕਮਾਇਆ ਜੋ ਦੋਸ਼ ਇਹਨਾਂ ਤੇ ਲੱਗੇ ਸੀ ਉਹ ਸੈਪਰੇਟ ਕੇਸ ਸੀ ਕਿ ਇਹੀ ਜਦੋਂ ਡਰੱਗ ਪੈਡਲਿੰਗ ਚੱਲ ਰਹੀ ਸੀ ਇੱਥੋਂ ਮੰਨੀ ਬੇਸਿਕਲੀ ਇਸੀ ਕੇਸ ਮੈਂ ਉਹ ਗੱਲ ਹੀ ਕਹਿ ਰਿਹਾ ਨਾ ਕਿ ਕਿੰਗਪਿਨ ਕਿਉਂ ਕਹਿੰਦੇ ਜੀ ਗੱਲ ਇਹ ਆ ਕਿ ਜਦੋਂ ਉਹਦੇ ਜਿਹੜੇ ਰਿਸਿਪਟਸ ਆ ਜਦੋਂ ਇੱਕ ਨਸ਼ਾ ਵਿਕ ਰਿਹਾ ਬੱਚੇ ਮਰ ਰਹੇ ਆ ਪੰਜਾਬ 'ਚ ਉਹ ਜਿਹੜਾ ਪੈਸਾ ਸਰਕੂਲੇਟ ਹੋ ਕੇ ਐਂਡ ਯੂਜ਼ਰ ਕੌਣ ਆ ਉਹ ਪੈਸਾ ਕਿਹਨੂੰ ਬੈਨੀਫਿਟ ਦੇ ਰਿਹਾ ਪੰਜਾਬੀ 'ਚ ਕਿੱਥੇ ਜਾ ਰਿਹਾ ਹਾਂ ਉਹ ਮਤਲਬ ਉਹਨੂੰ ਅਲਟੀਮੇਟਲੀ ਉਹ ਯੂਜ਼ ਕੌਣ ਕਰ ਰਿਹਾ ਯੂਜ਼ ਇਹ ਕਰ ਰਹੇ ਸੀਗੇ ਗੁਰਦੇਵ ਸਿੰਘ ਦੇਬੀ ਆਪਣੇ ਪਰਸਨਲ ਐਕਸਪੈਂਸਸ ਉਹ ਚੋਂ ਕੱਢਦਾ ਹੋਊ ਜਾਂ ਕਿਤੇ ਉਹਨੇ ਇਨਵੈਸਟਮੈਂਟ ਕੀਤੀ ਹੋਊ ਦੈਟ ਇਜ਼ ਅ ਸੈਪਰੇਟ ਇਸ਼ੂ ਬਿਲਕੁਲ ਠੀਕ ਗੱਲ ਪਾਰਟ ਆਫ ਇਨਵੈਸਟੀਗੇਸ਼ਨ ਕੰਸਰਨ ਇੱਥੇ ਆ ਕਿ ਅਲਟੀਮੇਟਲੀ ਜਿਹੜਾ ਉਹਦਾ ਮੇਜਰ ਚੰਕ ਸੀ ਦੈਟ ਵਾਸ ਬੀਇੰਗ ਯੂਜ਼ਡ ਬਾਈ ਸੁਖਪਾਲ ਖਹਿਰਾ ਉਹ ਕਿੱਦਾਂ ਯੂਜ਼ ਹੁੰਦਾ ਉਹ ਇਲੈਕਸ਼ਨਸ ਦੇ ਵਿੱਚ ਯੂਜ਼ ਹੁੰਦਾ ਸੀਗਾ ਇਹਨਾਂ ਦੀ ਲਗਜ਼ਰੀ ਮੈਂ ਤੁਹਾਨੂੰ ਇਹ ਕਹਿ ਤੇ ਰਿਹਾ ਸ਼ੇਪ ਆਫ ਫੰਡਸ ਹਾਂਜੀ ਆ ਜਿੱਦਾਂ ਹੁਣ ਈਡੀ ਦਾ ਸੀਗਾ ਜਿਹੜਾ ਈਡੀ ਜੇ ਕਹਿ ਰਹੀ ਹੈ ਕਿ 6.5 ਕਰੋੜ ਦੀ ਇਹਨਾਂ ਦਾ ਐਕਸਪੈਂਸਿਸ ਸੀਗੇ 3 ਕਰੋੜ ਤਾਂ ਉਹ ਜਸਟੀਫਾਈ ਕਰ ਲਿਆ ਉਹਨਾਂ ਨੇ 3.5 ਕਰੋੜ ਜਿਹੜਾ ਉੱਤੇ ਵਾਲਾ ਉਹ ਆਇਆ ਕਿੱਥੋਂ ਐਟਲੀਸਟ ਉਹਦਾ ਜਵਾਬ ਦੇ ਦੇਣ ਗੱਲ ਤਾਂ ਇਸ ਚੀਜ਼ ਦੀ ਨਾ ਜੇ 3.5 ਕਰੋੜ ਹੁਣ ਅਸੀਂ ਆ ਤੁਸੀਂ ਮੈਂ ਇੱਥੇ ਬੈਠੇ ਸਾਨੂੰ ਕੋਈ 3.5 ਕਰੋੜ ਐ ਬੈਠਿਆਂ ਨੂੰ ਤਾਂ ਨਹੀਂ ਕੋਈ ਦੇ ਕੇ ਜਾ ਸਕਦਾ ਕਿਤੋਂ ਤੇ ਆਇਆ ਨਾ ਜੇ ਖਰਚਿਆ ਹੁਣ ਜਿਹੜਾ ਨਹੀਂ ਖਰਚਿਆ ਉਹ ਦੈਟ ਇਜ਼ ਅ ਸੈਪਰੇਟ ਪਾਰਟ ਉਹ 3.5 ਕੀ ਪਤਾ ਉਹ 20 ਕਰੋੜ ਹੋਰ ਹੋਵੇ ਕੀ ਪਤਾ 40 ਕਰੋੜ ਹੋਵੇ ਕਿੱਥੇ ਆ ਕਿਹੜੀ ਸ਼ੇਪ 'ਚ ਆ ਚਰਚਾਇਆ ਨਹੀਂ ਹਲੇ ਬੇਨਾਮੀ ਹੈ ਕਿਦਾਂ ਉਹ ਨਹੀਂ ਇਹ ਤਾਂ ਉਹ ਆ ਜਿਹੜਾ ਰਿਕਾਰਡ 'ਚ ਆ ਗਿਆ ਕਿ ਜਿਹੜੇ ਕੁੜੀ ਦੇ ਵਿਆਹ ਤੇ ਆ ਜਿਹੜੇ ਆਪਣੇ ਮਨੀਸ਼ ਮਨੋਤਰਾ
ਰਿਤੂ ਕੁਮਾਰ, ਆ ਜਿਹੜੇ ਦੂਸਰੇ ਜਿੰਨੇ ਵੀ ਹਾਈ ਐਂਡ ਡਿਜ਼ਾਈਨਰਸ ਆ, ਹਾਂ, ਉਹਨਾਂ ਤੋਂ ਜਿਹੜੀ ਪਰਚੇਜ਼ ਹੋਈ ਹੈ, ਉਹ ਪਰਚੇਜ਼ ਇਹਨਾਂ ਕੋਲ ਜਸਟੀਫਾਈ ਨਹੀਂ ਹੋਈ ਕਿ ਇੰਨੇ ਪੈਸੇ ਕਿੱਥੋਂ ਆਏ। ਆ 14 ਲੱਖ ਦਾ ਹਾਰ ਵਿੱਚ ਇਹਨਾਂ ਦਾ ਤੁਰਿਆ ਫਿਰਦਾ ਆ, 4 ਲੱਖ ਦੀ ਇਹਨਾਂ ਦੀ ਇਨਕਮ ਟੈਕਸ ਰਿਟਰਨ ਆ, ਹਾਰ 14 ਲੱਖ ਦਾ। ਹਾਂ, ਕਿੱਦਾਂ ਆਇਆ ਉਹ? ਮਤਲਬ ਜਸਟੀਫਾਈ ਨਹੀਂ ਨਾ ਹੁੰਦਾ। 10 ਲੱਖ ਛੋਟੀ 3.5 ਕਰੋੜ ਉਦਾਂ ਐ ਬੋਲ ਦੇਣਾ ਕਿ 3.5 ਕਰੋੜ, ਪਰ 3.5 ਕਰੋੜ ਮੈਨੂੰ ਲੱਗਦਾ ਇੱਕ ਆਮ ਬੰਦੇ ਦੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਾਰੀ ਜ਼ਿੰਦਗੀ ਦਾ ਜਮਾ ਜੋੜ ਵੀ ਨਹੀਂ ਹੋਣਾ। ਕਿਸੇ ਨੇ ਆਪਣੀ ਜ਼ਿੰਦਗੀ ਮੈਨੂੰ ਲੱਗਦਾ 3.5 ਕਰੋੜ ਕਦੀ ਦੇਖਣਾ ਵੀ ਨਹੀਂਗਾ। ਇੱਕ ਨੰਬਰ ਦੀ ਕਮਾਈ ਦੀ ਗੱਲ ਕਰੀਏ, ਕਿੱਥੇ ਕਿੱਦਾਂ ਦੇਖੂਗਾ? ਦੇਖੋ ਨਾ, ਗੱਲ ਏਦਾਂ ਆ, ਆਪਣੇ ਜਿਹੜੇ ਨੌਕਰੀ ਪੇਸ਼ੇ ਵਾਲੇ ਆ ਉਹ ਆਪਣੀ ਮੰਥਲੀ ਇਨਕਮ ਚੋਂ ਆਪਣਾ ਖਰਚਾ ਕੱਢਦੇ ਆ, ਸੇਵਿੰਗ ਕਰਦੇ ਆ, ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲਾ ਦਿੰਦੇ ਆ, ਐਂਡ ਤੇ ਉਹ ਜਿਹੜਾ ਉਹਨਾਂ ਦਾ ਇਕੱਠਾ ਹੋਇਆ ਹੁੰਦਾ EPF ਫੰਡ, ਉਹ ਚੋਂ ਜਿਹੜੇ ਪੈਸੇ ਆਉਂਦੇ ਉਹ ਚੋਂ ਫਿਰ ਉਹ ਅਖੀਰ ਚ ਕੋਠੀ ਪਾਉਂਦੇ ਆਪਣੀ, ਜਿੱਥੇ ਉਹਨਾਂ ਨੇ ਆਖਰੀ ਟਾਈਮ ਕੱਢਣਾ ਹੁੰਦਾ। ਉਹ ਉਹਨਾਂ ਦੀ ਲਾਈਫ ਸਾਈਕਲ ਆ। ਇਹਨਾਂ ਦਾ ਦੇਖੋ ਨਾ 3.5 ਕਰੋੜ ਤਾਂ ਉਹ ਦੱਸ ਰਿਹਾ ਜਿਹੜਾ ਸਾਹਮਣੇ ਆ ਗਿਆ, ਇੱਕ ਪਾਰਟ ਦੱਸ ਰਿਹਾ ਕਿ ਇਹ ਸਿਰਫ ਜਿਹੜੇ 5 ਸਾਲਾਂ ਦਾ, ਜਿਹਦਾ ਹਾਲ ਤੱਕ ਜਵਾਬ ਨਹੀਂ ਦੇ ਸਕੇ। ਮਤਲਬ ਜਵਾਬ ਇਹਨਾਂ ਨੂੰ ਦੇਣਾ ਕਿ ਇਹ ਤਾਂ ਬੇਸਿਕਲੀ ਆਇਆ ਘੁੰਮਣ ਘੇਰੀਆਂ ਚਲਾਇਆ ਇਹਨਾਂ ਨੇ, ਸਾਰਿਆਂ ਨੂੰ ਵੇਚੀ, ਈਡੀ ਵੇਚੀ, ਸਾਰੇ ਵੇਚੀ, ਪੰਜਾਬ ਸਾਰਾ ਵੇਚੀ, ਆਮ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ। ਹੁਣ ਜਿੱਦਾਂ ਵੇਖੋ ਨਾ, ਫੈਕਟ ਬੜੇ ਐ ਠੋਕ ਕੇ ਕਹਿਣਗੇ, ਦੇਖੋ ਮੇਰਾ FIR ਚ ਨਾਮ ਨਹੀਂ, ਮੈਂ ਪੰਜਾਬ ਦੀ ਆਵਾਜ਼ ਬੁਲੰਦ ਕਰਦਾ ਆ। ਜੇ ਪੰਜਾਬ ਦੀ ਯਾਰ ਆਵਾਜ਼ ਬੁਲੰਦ ਕਰਦੇ, ਹੋਰ ਵੀ ਬੁਲੰਦ ਕਰਦੇ ਆ। ਤੇ ਨਾਲੇ ਕੋਈ ਵੀ ਇੱਕ ਮੁੱਦਾ, ਮੰਨ ਲਓ ਮੈਂ ਤੁਹਾਨੂੰ ਇਹਨਾਂ ਦੇ ਮੁੱਦੇ ਗਿਣਾ ਦਿੰਦਾ, ਇਹਨਾਂ ਕਹਿਣਾ ਯੂਆਪਾ, ਇਹਨਾਂ ਕਹਿਣਾ ਜੀ ਉਹ NIA, ਉਹਦਾ NSA ਕਹਿ ਦੇਣਾ, NIA ਦੇ ਥਰੂ ਜਿਹੜੇ ਲੱਗੇ, ਇਹਨਾਂ ਨੇ ਉਹਦਾ ਨਾਮ ਲੈਣਾ। ਜਾਂ ਇਹਨਾਂ ਕਹਿਣਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਜੀ, ਪਾਣੀਆਂ ਦੇ ਮੁੱਦੇ ਤੇ ਗੱਲ ਕਰ ਲਓ। ਜੇ ਪਾਣੀਆਂ ਦੇ ਮੁੱਦਿਆਂ ਦੀ ਆਵਾਜ਼ ਚੱਕ ਕੇ ਦੈਟ ਇਜ਼ ਇਨਫ ਕਿ ਫੇਸਬੁੱਕ ਤੇ ਮੈਂ ਆ ਕੇ ਬੋਲ ਦੇਵਾਂ ਤੇ ਫਿਰ ਜਾ ਕੇ ਸੌਂ ਜਾਵਾਂ ਤੇ ਉਹਦੇ ਤੇ ਮੈਂ ਸੱਚਾ ਹੋ ਜਾਣਾ। ਇਹ ਦੇਖੋ ਕਿ ਪਾਣੀਆਂ ਦੇ ਮੁੱਦੇ ਤੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਇਹਨਾਂ ਦੀ ਜਿਹੜੀ ਕੁੜੀ ਹੈ ਉਹ ਦਰਬਾਰਾ ਸਿੰਘ ਦੇ ਵਿਆਹੀ ਹੈ। ਦਰਬਾਰਾ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ, ਤੇ ਉਹੀ ਚੀਫ ਮਿਨਿਸਟਰ ਹੈ ਜਿਹੜੇ ਪੈਨ ਨੇ ਸਾਈਨ ਕੀਤਾ ਸੀਗਾ ਅਕਾਰਡ ਤੇ, ਪਾਣੀ ਦੇਣ ਲਈ ਰਾਜੀਨਾਮਾ ਸਾਈਨ ਕੀਤਾ ਸੀਗਾ ਇੰਦਰਾ ਗਾਂਧੀ ਲਈ ਕਿ ਹਾਂ ਅਗਰੀ ਕਰਦੇ ਆ, ਪੰਜਾਬ ਦਾ ਪਾਣੀ ਦੇ ਦਿਓ। ਇਹਨੂੰ ਫਿਰ ਆਪਣੀ ਕੁੜੀ ਕਿਉਂ ਵਿਆਹਤੀ? ਇੱਕ ਪਾਸੇ ਆਪਣੀ ਕੁੜੀ ਉਸ ਘਰੇ ਵਿਆਹਤੀ ਜਿੰਨਾ ਪਾਣੀ ਦਾ ਸੌਦਾ ਕੀਤਾ, ਦੂਜੇ ਪਾਸੇ ਗਲ ਪਾੜ ਕਹੀ ਜਾਂਦੇ ਪਾਣੀ ਨਹੀਂ ਜਾਣ ਦਿਆਂਗੇ, ਲਾਸ਼ਾਂ ਵੇਚ ਜਾਣਗੀਆਂ। ਕਿਹਨੂੰ ਕਹਿ ਰਿਹਾ? ਅੱਛਾ, ਇੱਕ ਇਮਾਨਦਾਰ ਨਾਲ ਜਵਾਬ ਦੇਣਾ। ਵੈਸੇ ਰਾਇਲ ਫੈਮਿਲੀ ਹੈ ਸ਼ੁਰੂ ਤੋਂ ਇਹਨਾਂ ਦੇ ਪਿਤਾ ਦੇ ਟਾਈਮ? ਨਹੀਂ ਜੀ, ਨਹੀਂ, ਕੁਝ ਵੀ ਨਹੀਂ। ਇਹਨਾਂ ਦਾ ਬੇਸਿਕਲੀ ਜੇ ਪਿਛੋਕੜ ਤੁਸੀਂ ਦੇਖਣ ਜਾਓ ਨਾ, ਇਹਨਾਂ ਦੇ ਪੜਦਾਦੇ ਤੱਕ ਦਾ ਸਾਡੇ ਕੋਲ ਰਿਕਾਰਡ ਪਿਆ। ਕੀ ਸੀ ਬੈਕਗ੍ਰਾਉਂਡ? ਕੁਝ ਵੀ ਨਹੀਂ। ਕਿਸਾਨ? ਹਾਂ, ਕਿਸਾਨ, ਨਾਰਮਲ ਕਿਸਾਨ। ਇਹਨਾਂ ਨੇ ਅਸਲ 'ਚ ਕੀ ਕੀਤਾ ਆ, ਇਹਨਾਂ ਜ਼ਮੀਨਾਂ ਕਬਜ਼ਾਈਆਂ ਹੋਈਆਂ। ਅੱਜ ਦੇ ਦਿਨ ਮੈਂ ਸ਼ਰਤ ਲਾ ਕੇ ਨਾ, ਅੱਜ ਰਾਮਗੜ੍ਹ ਦਾ ਨਿਸ਼ਾਨਦੇਹੀ ਲੈ ਲਵੇ ਕੋਈ, ਇਹ ਹੋਣ ਨਹੀਂ ਦਿੰਦੇ। ਭੁਲੱਥ 'ਚ ਰਾਮਗੜ੍ਹ? ਹਾਂ, ਭੁਲੱਥ ਦੀ ਰਾਮਗੜ੍ਹ। ਤੁਸੀਂ ਦੇਖਿਓ ਪੰਚਾਇਤੀ ਪੈਲੀ ਕਬਜ਼ਾ, ਹੱਡਾ ਰੂੜੀ, ਜਿਹੜੇ ਉੱਥੇ ਦੇ ਸਕੂਲ ਦਾ ਪਾਰਟ ਆ, ਕੁਛ ਜਿਹੜੇ ਮਸਜਿਦ ਟਾਈਮ ਦਾ, ਉਹ ਕਦੀ ਹੋਏ ਹੀ ਨਹੀਂ ਅੱਜ ਤੱਕ ਨਿਸ਼ਾਨਦੇਹੀ। ਉਹ ਇਹਨਾਂ ਦੇ ਥੱਲੇ ਵਗੀ ਜਾਂਦੀ ਹੈ। ਇਹਨਾਂ ਤੋਂ ਪਹਿਲਾਂ ਜਿਹੜੇ ਉੱਥੇ ਪੋਲੀਟੀਸ਼ੀਅਨ ਰਹੇ ਨੇ, ਉਹਨਾਂ ਨੇ ਆਵਾਜ਼ ਨਹੀਂ ਚੁੱਕੀ। ਦੇਖੋ ਜੀ, ਨੋਬਡੀ। ਮਤਲਬ ਹੁਣ ਮੈਂ ਉਹੀ ਤਾਂ ਕਹਿ ਰਿਹਾ ਨਾ, ਹੁਣ ਮੈਂ ਆ ਕਾਗਜ਼ ਪੱਤਰ ਇੱਥੇ ਰੱਖਾਂ, ਮੈਨੂੰ ਕੀ ਲੋੜ ਪਈ ਕਿ ਮੈਂ ਤੁਹਾਡੇ ਨਾਲ ਇੱਥੇ ਬਹਿ ਕੇ ਕੈਮਰੇ ਤੇ ਪੱਗ ਬੰਨ ਕੇ ਤੇ ਆਪਣਾ ਟਾਈਮ ਕੱਢ ਕੇ ਇੱਥੇ ਇੰਟਰਵਿਊ ਕਰਾਂ? ਏਦਾਂ ਬੀਬੀ ਜਗੀਰ ਕੌਰ ਨੇ ਇਹੀ ਸੋਚਿਆ, ਉਹਨੇ ਕਦੀ ਜ਼ੋਰ ਹੀ ਨਹੀਂ ਲਾਇਆ। ਉਹਨੂੰ ਇਹ ਲੱਗਾ ਕਿ ਮੈਂ ਇਹਦੇ ਬੋਲੂ, ਕੱਲ ਨੂੰ ਇਹ ਮੇਰੇ ਬੋਲੂਗਾ, ਇਹ ਆਪਣਾ ਕਰੇ, ਮੈਂ ਆਪਣਾ ਕਰੀ ਜਾਂਦੇ। ਸਾਡਾ ਕੰਸਰਨ ਇਸ ਚੀਜ਼ ਦਾ ਆ, ਮੇਰਾ ਇਹ ਮੰਨਣਾ, ਸਾਡੀ ਫੈਮਿਲੀ ਦਾ ਇਹ ਮੰਨਣਾ ਕਿ ਜੇ ਤੁਸੀਂ, ਇੱਕ ਹੁੰਦੀ ਐਕਟਿਵ ਕਰਪਸ਼ਨ, ਇੱਕ ਹੁੰਦੀ ਪੈਸਿਵ ਕਰਪਸ਼ਨ। ਐਕਟਿਵ ਕਰਪਸ਼ਨ ਇਹ ਆ ਕਿ ਮੈਂ ਆਪ ਜਿਹੜਾ ਰਿਸ਼ਵਤਖੋਰੀ ਤੁਹਾਡੇ ਪੈਸੇ ਲੈ ਰਿਹਾ ਤੇ ਮੈਂ ਜਾਂ ਪੈਸੇ ਦੇ ਰਿਹਾ, ਦੈਟ ਇਜ਼ ਐਕਟਿਵ ਪਾਰਟਿਸਿਪੇਸ਼ਨ। ਪੈਸਿਵ ਕਰਪਸ਼ਨ ਕਿਹੜੀ ਹੁੰਦੀ? ਪੈਸਿਵ ਹੁੰਦੀ ਕਿ ਮੈਨੂੰ ਪਤਾ ਹੈ ਕਿ ਉਹ ਮੇਰੇ ਸਾਹਮਣੇ ਵਾਲਾ ਬੰਦਾ ਕਰਪਸ਼ਨ ਕਰ ਰਿਹਾ ਤੇ ਮੈਨੂੰ ਪਤਾ ਵੀ ਹੈ, ਤੇ ਮੈਂ ਕਿਤੇ ਜਾ ਕੇ ਕੰਪਲੇਂਟ ਨਹੀਂ ਕਰਦਾ ਜਾਂ ਮੈਂ ਕਿਤੇ ਉਹ ਦੱਸਦਾ ਨਹੀਂ, ਦੈਟ ਮੀਨਸ ਆਈ ਐਮ ਆਲਸੋ ਪਾਰਟ ਆਫ ਦੈਟ ਕਰਪਸ਼ਨ। ਅਸੀਂ ਇਹਦਾ ਹਿੱਸਾ ਨਹੀਂ ਬਣਨਾ ਇਸ ਬੰਦੇ ਦਾ। ਇਹਨਾਂ ਦੀ ਇਹੋ ਜਿਹੀ ਫੈਮਿਲੀ ਲੈਗੇਸੀ, ਇਹਨਾਂ ਦੇ ਫਾਦਰ ਦੀ, ਇਹਨਾਂ ਦੀ, ਜੇ ਜਦੋਂ ਕਿਤੇ ਸੱਚ ਸਾਹਮਣੇ ਆਵੇ ਤਾਂ ਰੌਂਗਟੇ ਖੜੇ ਹੋ ਜਾਣ ਪੰਜਾਬ ਦੇ, ਕਿ ਇਹਨਾਂ ਨੇ 1984 ਵਾਲੇ ਸਮੇਂ ਤੋਂ 80 ਦੇ ਦਹਾਕੇ 'ਚ ਕੀ ਤਸ਼ੱਦਦ ਕੀਤੇ, ਕੀ ਕੀਤਾ। ਮੈਂ ਤਾਂ ਹਾਂ, ਤੁਹਾਨੂੰ ਕਿਤੇ ਕਮੈਂਟ ਫੇਸਬੁੱਕ ਤੇ ਵੀ ਆਏ ਆ, ਕੁਛ ਮੈਂ ਕੋਈ ਦੀਆਂ ਚੀਜ਼ਾਂ ਵੀ ਆਈਆਂ ਆ ਜਿਹੜੀਆਂ ਹੁਣ ਕਿਤੇ ਨਸ਼ਰ ਹੋ ਜਾਣ ਸਾਹਮਣੇ ਕਿ ਇਹਦੇ ਫਾਦਰ ਕੀ ਕਰਦੇ ਰਹੇ ਆ, ਤੇ ਸਹਿ ਨਹੀਂ ਪਾਊਗਾ ਕੋਈ ਸੁਣ ਕੇ ਕਿ ਕੀ ਇਹਨਾਂ ਨੇ ਕੀਤਾ। ਫਿਰ ਇੰਨੀ ਚੰਗੀ ਇਮੇਜ? ਦੇਖੋ, ਇਮੇਜ ਇਹ ਹੈ ਨਾ ਕਿ ਹੁਣ ਸੋਸ਼ਲ ਮੀਡੀਆ ਤੇ 2013 ਤੋਂ ਸ਼ੁਰੂ ਹੋਇਆ, ਜਦੋਂ ਆ ਵੇਵ ਸੀਗੀ, ਉਹ ਤੋਂ ਪਹਿਲਾਂ ਵਾਲੀਆਂ ਗੱਲਾਂ ਪਹਿਲਾਂ ਹੀ ਦੱਬ ਗਈਆਂ। ਹੁਣ ਜਿਹੜਾ ਨਵਾਂ ਯੂਥ ਆ, ਜਿੱਦਾਂ ਮੰਨ ਲਓ ਹੁਣ ਆਪਾਂ ਇੱਥੇ ਬੈਠੇ ਆ, ਕੋਈ ਬੰਦਾ ਬਾਹਰ ਦੇਖਦਾ ਆ, ਮੈਂ ਹੁਣ ਬੋਲਦਾ ਤੇ ਤਾਂ ਉਹ ਸੁਣਦਾ, ਭਾਵੇਂ ਥੱਲੇ ਗਾਲਾਂ ਲਿਖੀ ਜਾਵੇ, ਭਾਵੇਂ ਕਵੇ ਮੁੰਡਾ ਬਹੁਤ ਵਧੀਆ ਬੋਲਦਾ ਜਾਂ ਕੁਛ ਵੀ ਕਵੇ, ਪਰ ਉਹ ਕੁਛ ਮੈਸੇਜ ਤੇ ਜਾ ਰਿਹਾ। ਇਹਦੇ ਅੱਗੇ ਕਾਊਂਟਰ ਆਵਾਜ਼ ਹੀ ਹੈ ਨਹੀਂ ਕੋਈ, ਇੱਕ ਸਿੰਗਲ ਬੰਦਾ ਹੀ ਬੋਲੀ ਜਾਂਦਾ ਆ। ਹੁਣ ਮੰਨ ਲਓ ਕਿ ਜੱਜ ਦੇ ਕੇਸ ਲੱਗਾ, ਐਕਸ ਪਾਰਟੀ ਆਰਡਰ ਡਿਸਾਈਡ ਕਰਨਾ ਉਹ ਤੇ ਬਹੁਤ ਸੌਖਾ ਆ। ਜਦੋਂ ਧਿਰ ਹੀ ਇੱਕ ਦੀ ਸੁਣੀ ਜਾਣੀ ਹੈ, ਦੂਜੇ ਧਿਰ ਦੀ ਕਿਸੇ ਨੇ ਸੁਣਨੀ ਨਹੀਂ, ਤੇ ਉਹ ਆਬਵੀਅਸਲੀ ਸਾਰਿਆਂ ਨੇ ਸੱਚਾ ਉਹਨੂੰ ਕਹਿਣਾ ਜਿਹੜਾ ਬੋਲ ਰਿਹਾ। ਇਹਨਾਂ ਦੇ ਰਿਸ਼ਤੇਦਾਰ ਬੜੇ ਨੇੜੇ ਦੇ ਜੱਜ ਹੈਗੇ ਨੇ, ਇਹ ਚੀਜ਼ ਹਮੇਸ਼ਾ ਕੰਮ ਕਰਦੀ ਰਹੀ ਇਹਨਾਂ ਨੂੰ ਬਚਾਉਣ ਲਈ। ਦੇਖੋ ਜੀ, ਬੇਸਿਕਲੀ ਮੈਂ ਇਹ ਕਹਿਣਾ ਕਿ
ਉਹ ਮੇਜਰ ਪਾਰਟ ਆ ਇਹਨਾਂ ਦਾ ਜਿਹੜਾ ਰਿਲੇਟਿਵ ਆ, ਉਹ ਰਿਟਾਇਰਡ ਜੱਜ ਆ ਹਾਈ ਕੋਰਟ ਤੋਂ। ਇੱਕ ਫੀਮੇਲ ਵੀ ਨੇ, ਉਹ ਫੀਮੇਲ ਵੀ ਹੈ, ਚਲੋ ਸ਼ੀ ਇਜ਼ ਸਰਵਿੰਗ, ਮੈਂ ਆਈ ਡੋਨਟ ਵਾਂਟ ਟੂ ਕਾਜ਼ ਐਨੀ ਪਰਸਨ ਔਨ ਹਰ। ਉਂਗਲ ਤਾਂ ਉੱਠੇਗੀ ਨਾ, ਉਹ ਚਲੋ ਦੈਟ ਇਜ਼ ਅ ਪਾਰਟ ਜੀ। ਦੇਖੋ ਜਿਹੜੇ ਸਾਬਕਾ ਜੱਜ ਹੈ, ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ। ਉਹ ਇਨਫੈਕਟ ਪਿੱਛੇ ਜਿਹੜਾ ਆਪਣਾ ਬੇਅਦਬੀ ਵਾਲਾ ਸੀਗਾ ਹੋਇਆ, ਉਹਦੇ ਚੋਂ ਕਮਿਸ਼ਨ ਦੇ ਉਹ ਵੀ ਸੀਗੇ, ਚੀਫ ਸੀਗੇ। ਤਾਂ ਉਹ ਕੀ ਕਰਦੇ ਆ, ਉਹ ਇਹਨੂੰ ਲੈ ਕੇ ਜਿੱਦਾਂ ਥਾਈ ਬਥਾਈ ਜਾ ਕੇ ਦੀਆਂ ਸੈਟਿੰਗਾਂ ਕਰਾਉਂਦੇ ਰਹਿੰਦੇ। ਇਹਦੀ ਕਾਂਗਰਸ ਜੁਆਇਨ ਕਰਨਾ ਵਾਸ ਪਾਰਟ ਆਫ ਦੈਟ। ਉਧਰ ਉਹ ਕਮਿਸ਼ਨ ਦੇ ਉਹ ਸੀਗੇ ਚੀਫ, ਹਾਂ, ਕੈਪਟਨ ਅਮਰਿੰਦਰ ਸਿੰਘ ਦੇ ਉਹ ਹੀ, ਉਹਦੇ ਬਦਲੇ ਇਹਨੂੰ ਜੁਆਇਨ ਕਰਾਇਆ ਕਾਂਗਰਸ ਪਾਰਟੀ 'ਚ। ਤੁਸੀਂ ਇਹ ਦੇਖੋ ਨਾ, ਮੈਂ ਅੱਗੇ ਵੀ ਗੱਲ ਕਰਦਾ ਕਿ ਇਹਦੇ ਫਾਦਰ ਦੀ ਗੱਲ NSA ਦੀ ਕਰਦਾ, ਯੂਆਪਾ ਦੀ ਗੱਲ ਕਰਦਾ। ਯੂਆਪਾ ਜੇ ਲਾਇਆ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਲਾਇਆ ਸੀ, ਤੇ ਯੂਆਪਾ ਜਾਂ ਜਿਹੜਾ NSA ਆ ਉਹ ਆਇਆ ਤੇ ਕਾਂਗਰਸ ਦੀ ਦੇਣ ਆ ਨਾ। ਇਹਦੇ ਫਾਦਰ ਤੇ ਵੀ NSA ਲੱਗਾ, ਤੇ ਜੇ ਇਹਦੇ ਫਾਦਰ ਤੇ ਕਾਂਗਰਸ ਨੇ NSA ਲਾਇਆ ਸੀ, ਪੁਲਿਸ ਅਫਸਰ ਤੇ NSA ਜਦੋਂ ਬਾਅਦ ਚੋਂ ਆ ਜਿਹੜੇ 84 ਬਾਅਦ ਦੀ ਗੱਲ, ਤੇ ਕਹਿੰਦਾ ਜੇਲਾਂ ਕੱਟੀਆਂ, ਤੇ ਫਿਰ ਉਸ ਪਾਰਟੀ 'ਚ ਕਰਨ ਕੀ ਗਿਆ? ਉਦਾਂ ਕਹੀ ਜਾਂਦਾ ਕਿ ਮੇਰੀ ਪੱਗ ਨੂੰ ਹੱਥ ਪਾਇਆ ਅਰਵਿੰਦ ਕੇਜਰੀਵਾਲ ਨੇ, ਮੈਂ ਉਹਦੇ ਨਾਲ ਕਦਾ ਨਹੀਂ ਬਹੂੰਗਾ, ਕਦਾ ਵਰਡ ਯੂਜ਼ ਕਰਦਾ ਕਰੇ, ਫਿਰ ਮਹਾਭਾਰਤ ਦੇਖਦਾ ਰਿਹਾ ਜਾਂ ਜ਼ਿਆਦਾ ਕੁਛ, ਕਦਾ ਚਿੱਤ ਨਹੀਂ ਬਹੂੰਗਾ। ਪਰ ਗੱਲ ਇਹ ਆ ਕਿ ਜੇ ਤੂੰ ਆਪ ਨਹੀਂ ਬਹਿ ਸਕਦਾ, ਤੇਰੇ ਫਾਦਰ ਦੇ ਜੇ ਪੱਗ ਨੂੰ ਹੱਥ ਪਾਇਆ ਸੀਗਾ ਕਾਂਗਰਸ ਪਾਰਟੀ ਨੇ, ਤੂੰ ਕਾਂਗਰਸ ਪਾਰਟੀ 'ਚ ਕਿਉਂ ਚੱਲ ਗਿਆ? ਤੇ ਇਹਦੀ ਇੱਕ ਫੋਟੋ ਦਿਖਾ ਦੇਣਾ, ਸੁਖਪਾਲ ਖਹਿਰੇ ਦੀ, ਜ਼ਿਆਦਾ ਸਿੱਖੀ ਕਰਦਾ, ਦਾੜੀ ਰੱਖੀ ਹੋਈ ਹੈ, ਦਾੜੀ ਰੱਖੀ ਹੋਈ ਹੈ, ਕਾਂਗਰਸ ਜੁਆਇਨ ਕਰਕੇ ਦਾੜੀ ਗਾਇਬ। ਤੁਹਾਡੇ ਕੋਲ ਫੋਟੋ ਇਸ ਟਾਈਮ? ਮੈਂ ਆਲ ਗਿਵ ਇਟ ਟੂ ਯੂ, ਤੁਸੀਂ ਉੱਤੇ ਲਾ ਸਕਦੇ ਜੀ। ਠੀਕ ਹੈ, ਠੀਕ ਹੈ। ਤਾਂ ਸੋ ਮੈਂ ਤੁਹਾਨੂੰ ਕਹਿ ਰਿਹਾ, ਥੀਸ ਆਰ ਪੋਲੀਟੀਕਲ ਓਪਰਚੁਨਿਸਟ ਪਰਸਨ। ਹੁਣ ਸਹੀ ਐਕਸ਼ਨ ਹੋਏਗਾ ਲੱਗਦਾ? ਦੇਖੋ ਜੀ, ਐਕਸ਼ਨ ਤਾਂ ਕੋਰਟ ਨੇ ਲੈਣਾ। ਹਾਂ, ਬਿਲਕੁਲ, ਐਕਸ਼ਨ ਕੋਰਟ ਨੇ ਲੈਣਾ। ਪੁਲਿਸ ਸਹੀ ਹੋ ਕੇ ਪੇਸ਼ ਕਰ ਪਾਏਗੀ। ਹਾਂ, ਮੈਂ ਅਸਲ 'ਚ ਇਹ ਕਹਿੰਦਾ ਜੀ, ਹੱਥ ਬੰਨ ਕੇ ਬੇਨਤੀ ਹੈ ਸਰਕਾਰ, ਅਸੀਂ ਵੀ ਕਹਿੰਦੇ ਆ ਜੀ, ਅਸੀਂ ਸਾਰਿਆਂ ਨੂੰ ਕਹਿੰਦੇ ਆ, ਮਤਲਬ ਪੰਜਾਬ ਦੇ ਯੂਥ ਵੱਲੋਂ ਹੱਥ ਬੰਨ ਕੇ ਬੇਨਤੀ ਸਾਰਿਆਂ ਨੂੰ, ਜਿਹੜੇ ਬਾਹਰ ਵੀ ਸੁਣਦੇ ਆ, ਹੱਥ ਬੰਨ ਕੇ ਬੇਨਤੀ ਹੈ ਕਿ ਇਹਦਾ ਟ੍ਰਾਇਲ ਜਿਹੜਾ ਆ ਉਹ ਸਹੀ ਚੱਲਣਾ ਚਾਹੀਦਾ। ਜੇ ਇਹ ਸੱਚਾ ਆ, ਛੁੱਟ ਜਾਂਦਾ, ਬਹੁਤ ਵਧੀਆ, ਇਹਨੂੰ ਮੁਬਾਰਕ। ਤੁਹਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ? ਨਹੀਂ, ਕੋਈ ਗੱਲ ਨਹੀਂ ਜੀ। ਨਿੱਜੀ ਜਿਹੜੀ ਦੇਖੋ, ਨਿੱਜੀ ਨੂੰ ਇੱਕ ਹੁੰਦਾ ਨਾ ਕਿ ਕੋਈ ਸਾਡੀ ਇਹਦੇ ਨਾਲ ਵੱਟ ਬੰਨਾ ਥੋੜਾ ਸਾਂਝਾ, ਤਸ਼ੱਦਦ ਕੀਤੇ ਜੀ। ਹਾਂ, ਇਹ ਗੱਲ ਹੈ ਕਿ ਮੇਰੇ ਫਾਦਰ ਨਾਲ ਬਹੁਤ ਗਲਤ, ਜਿੱਦਾਂ 84 ਦਾ ਸਮਾਂ ਹੀ, ਮੈਂ ਇਹ ਕਹਿੰਦਾ ਕਿ ਜਿਹੜੇ ਸੁਖਪਾਲ ਖਹਿਰੇ ਦੇ ਫਾਦਰ ਸੀ, ਉਹ ਬੇਸਿਕਲੀ ਵਾਸ ਡਬਲ ਏਜੰਟ ਇਨ ਦੀ ਸੈਂਸ, ਖਾਲਿਸਤਾਨ ਦਾ ਨਾਰਾ ਲਾਇਆ, ਸਾਰਿਆਂ ਨੂੰ ਕਿਹਾ ਖਾਲਿਸਤਾਨ ਲੈਣਾ, ਮੂਹਰੇ ਲੱਗੂ। ਬਾਅਦ ਚ ਉਹਨਾਂ ਦੀਆਂ ਮੁਕਬਰੀਆਂ ਕਰਾ ਕੇ ਮੁੰਡੇ ਇਨਕਾਊਂਟਰ ਚ ਮਰਾਤੇ। ਉਹ ਚ ਮੇਰੇ ਫਾਦਰ ਵਾਸ ਵਨ ਆਫ ਦੈਮ। ਬਚ ਤਾਂ ਗਏ ਕਿਉਂਕਿ ਮੇਰੇ ਦਾਦਾ ਜੀ ਬਹੁਤ ਪੜ੍ਹੇ ਲਿਖੇ, ਸਾਡੇ ਬਜ਼ੁਰਗ DSP ਸੀਗੇ ਦਿੱਲੀ, ਉਹਨਾਂ ਦੇ ਲਿੰਕ ਸੀਗੇ, ਉਹਨਾਂ ਨੂੰ ਪਤਾ ਸੀ ਮੁੰਡਾ ਮਾਰਤਾ, ਇਹ ਮੁੰਡਾ ਗਲ ਦੀ ਹੱਡੀ ਬਣ ਜਾਣਾ ਹੈ। ਇਸ ਕਰਕੇ ਮੇਰੇ ਫਾਦਰ ਇਕੱਲੇ ਬੱਚੇ ਰਹੇ, 3rd ਡਿਗਰੀ ਟਾਰਚਰ ਹੋਏ ਆ, ਮੋਢੇ ਉਹਨਾਂ ਦੇ ਕੱਢੇ ਹੋਏ ਆ, ਪੱਟ ਵੇਲੇ ਹੋਏ ਆ, 3rd ਡਿਗਰੀ ਟਾਰਚਰ ਉਹਨਾਂ ਨੇ ਸਹਿਣ ਕੀਤਾ ਸਭ। ਹਾਂ, ਇਨਫੈਕਟ ਹੁਣ ਵੀ ਇਦਾਂ ਹੀ ਜੀ। ਗੱਲ ਅਸਲ 'ਚ ਇਹ ਆ ਨਾ ਕਿ ਉਹ ਟਾਈਮ ਲੰਘਿਆ, ਹੁਣ ਇਹ ਕੀ ਕਰਦੇ ਆ, ਇੱਕ ਫੇਸਬੁੱਕ ਤੇ ਇਮੇਜ ਸਿਰਫ ਬੋਲਣ ਲਈ ਚੰਗੀ ਰੱਖਦੇ, ਅਸਲ 'ਚ ਡਰਪੋਕ ਬੰਦੇ ਆ, ਬਿਲਕੁਲ ਡਰਪੋਕ। ਹੁਣ ਇਹਨਾਂ ਦਾ ਸਿਸਟਮ, ਘਰ ਦਾ ਕਲਚਰ ਵੀ ਕਿਦਾਂ ਦਾ, ਹੁਣ ਮੈਂ ਅੰਦਰਲੀਆਂ ਗੱਲਾਂ ਤੁਹਾਨੂੰ ਦੱਸਣ ਲੱਗਾ, ਦੈਟ ਡਸਨਟ ਸੂਟ ਅਸ, ਨਿੱਜੀ ਗੱਲਾਂ ਹੋ ਜਾਂਦੀਆਂ, ਦੈਟ ਇਜ਼ ਅ ਡਿਫਰੈਂਟ ਇਸ਼ੂ। ਆਪਾਂ ਇਹਦੇ ਤੇ ਹੁਣ ਗੱਲ ਕਰੀਏ ਜੀ, ਸਿੰਪਲ ਗੱਲ ਆ, ਟ੍ਰਾਇਲ ਚੱਲੇ, ਟ੍ਰਾਇਲ 'ਚ ਇਹਨਾਂ ਨਾਲ ਨਾ ਇਨਸਾਫੀ ਕਿੱਦਾਂ ਹੋ ਸਕਦੀ? ਜਿੱਦਾਂ ਆਪਣਾ ਸਰਕਾਰ ਨੇ ਪੱਖ ਪੇਸ਼ ਕਰਨਾ, ਇਹਨਾਂ ਨੂੰ ਪ੍ਰੋਪਰ ਮੌਕਾ ਮਿਲਣਾ। ਨਾਲੇ ਜੁਡੀਸ਼ਰੀ ਜਿੰਨੀ ਇਹਨਾਂ ਦੀ ਚੱਲਦੀ, ਇੰਨੀ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਕਿਸੇ ਵੀ ਲੀਡਰ ਦੀ ਜੁਡੀਸ਼ਰੀ 'ਚ ਇੰਨੀ ਪ੍ਰੈਜ਼ੈਂਸ ਹੈ ਜਿੰਨੀ ਸੁਖਪਾਲ ਖਹਿਰੇ ਦੀ ਹੈ। ਧੱਕਾ ਨਹੀਂ ਹੋਏਗਾ ਮਤਲਬ ਇਹਦੇ ਨਾਲ? ਨਹੀਂ, ਇਹਨਾਂ ਧੱਕਾ, ਉਲਟਾ ਧੱਕਾ ਹੋ ਸਕਦਾ, ਸਰਕਾਰ ਨਾਲ ਭਾਵੇਂ ਧੱਕਾ ਕਰ ਜਾਵੇ, ਧੱਕੇ ਹੀ ਹੁੰਦੇ ਰਹੇ, ਉਹਨੂੰ ਛੱਡੋ ਜੀ। ਆਹ ਦੇਖੋ, ਧੱਕੇ ਦੀ ਗੱਲ ਤੁਸੀਂ ਕੀਤੀ, ਆ ਲਿਸਟ ਆ, ਧਿਆਨ ਨਾਲ ਦੇਖਿਓ, 13 ਪਰਚੇ ਆ ਜੀ, 13 FIRs ਹੈ ਸੁਖਪਾਲ ਖਹਿਰੇ। ਕਿੰਨੇ ਸਾਲਾਂ 'ਚ? ਇਹ ਸ਼ੁਰੂ ਹੋ ਜਾਂਦਾ ਜੀ, ਇਹਨਾਂ ਦਾ ਕਾਰਵਾ 1984 ਤੋਂ ਸ਼ੁਰੂ ਹੋ ਗਿਆ ਸੁਖਪਾਲ ਖਹਿਰੇ ਦਾ। ਪਹਿਲਾ ਪਰਚਾ ਹੋਇਆ FIR ਨੰਬਰ 163, ਤਰੀਕ ਸੀਗੀ 19 ਜੂਨ 1984, 25 ਆਰਮਜ਼ ਐਕਟ ਦਾ, ਨਜਾਇਜ਼ ਹਥਿਆਰ ਰੱਖਣ ਦਾ, ਭਲੱਥ ਥਾਣੇ 'ਚ। ਇਹ ਅਜੇ ਪੋਲੀਟੀਕਲ ਬੰਦੇ, ਇਹ ਕਹਿੰਦੇ ਮੈਂ ਉਦੋਂ ਪੋਲੀਟਿਕਸ 'ਚ, ਇਹਨਾਂ ਦੇ ਖਿਲਾਫ ਦੁਸ਼ਮਣੀ ਕੀ ਸੀ, ਇੱਥੇ ਪਰਚਾ ਹੋਇਆ। ਇਹ ਮੰਨ ਲਓ ਚਲੋ ਭਲੱਥ 'ਚ ਹੋਇਆ, ਫਿਰ ਵੀ ਪੋਲੀਟੀਕਲ ਵੈਂਡੇਟਾ ਦਾ ਨਾਂ ਲੈਣਾ ਕਿ ਕਦੋਂ ਕਿ 84 ਸ਼ੁਰੂ ਹੋ ਗਿਆ। ਹਿਮਾਚਲ 'ਚ ਸੋਲਨ 'ਚ ਕਿੱਦਾਂ ਪਰਚਾ ਹੋ ਗਿਆ ਆਰਮਜ਼ ਐਕਟ ਦਾ, ਗੈਰ ਕਾਨੂੰਨੀ ਹਥਿਆਰ ਰੱਖਣ ਦਾ, ਤੇਲ ਚੋਰੀ ਕਰਨ ਦਾ ਪਰਚਾ, ਹਿਮਾਚਲ ਸੋਲਨ। ਅੱਛਾ, ਜਦੋਂ ਇਹ ਕਾਲਜ ਪੜ੍ਹਦੇ ਸੀਗੇ ਐਜ਼ ਅ ਸਟੂਡੈਂਟ। ਹਾਂ, ਉਦੋਂ ਪਰਚਾ। ਉਸ ਤੋਂ ਬਾਅਦ ਆ ਥੱਲੇ ਦੇ ਲਗਾਤਾਰ ਝੜੀਆਂ ਹੀ ਲੱਗੀਆਂ ਜੀ, 54 2007 'ਚ, ਫਿਰ 8 'ਚ, 12 'ਚ, ਲਗਾਤਾਰ ਪਰਚੇ, 15 'ਚ, 2022, 23, ਲਗਾਤਾਰ ਝੜੀਆਂ ਲੱਗੀਆਂ। ਇੱਕ ਵੀ FIR ਹੈ ਨਹੀਂ ਵੀ ਜਿਹਦੇ 'ਚ ਟ੍ਰਾਇਲ ਚੱਲਿਆ ਹੋਵੇ, ਕੋਰਟ ਦੇ ਵਿੱਚ ਜਾਣਾ ਪਵੇ। ਉਹਨੂੰ ਛੱਡੋ, ਸਟੇਟ ਇਹ ਚੱਲ ਰਹੀ ਹੈ ਜੀ, ਅਸੀਂ ਇਹਨਾਂ ਦੇ ਖਿਲਾਫ, ਇਹਨਾਂ ਦੀ ਪੜ੍ਹਾਈ, ਹੁਣ ਇਹਨਾਂ ਨੂੰ ਤੁਸੀਂ ਸਿੱਧਾ ਤੁਸੀਂ ਜਾ ਕੇ ਤੇ ਪੁੱਛ ਲਿਓ, ਖਹਿਰਾ ਸਾਹਿਬ ਪੜ੍ਹੇ ਕਿੰਨੇ ਹੋ ਤੁਸੀਂ? ਉਹ ਕੇਸ ਕੀਤਾ ਸੀ ਅਸੀਂ ਇਹਨਾਂ ਤੇ, ਕੁਆਲੀਫਿਕੇਸ਼ਨ ਲੈ ਕੇ, 60 ਤਰੀਕਾਂ ਪਈਆਂ 6 ਸਾਲਾਂ 'ਚ,
ਸੰਮਨ ਨਹੀਂ ਜਾਰੀ ਕੀਤੇ ਕੋਰਟ ਨੇ। ਐਂਡ 'ਚ ਕਹਿਤਾ ਜੀ ਬਹੁਤ ਟਾਈਮ ਲੰਘ ਗਿਆ ਆ, ਕੀ ਜਸਟਿਸ ਮਿਲੂ ਆਮ ਬੰਦੇ ਨੂੰ, ਮੈਨੂੰ ਦੱਸੋ। ਮੈਂ ਆਪ ਆਪਣੇ ਇੱਥੇ ਹੱਥ ਰੱਖ ਕੇ ਕਹਿੰਦਾ, ਅਸੀਂ ਪੈਸੇ ਵਾਲੇ ਆ, ਸਾਡੇ ਕੋਲ 4 ਪੈਸੇ ਹੈਗੇ, ਅਸੀਂ ਲਾ ਸਕਦੇ ਆ, ਅਸੀਂ ਲਾਉਂਦੇ ਵੀ ਆ। ਮੇਰੇ ਫਾਦਰ ਵੀ ਜਿਗਰੇ ਵਾਲੇ, ਉਹ ਕਹਿੰਦੇ ਭਾਵੇਂ ਸਾਰਾ ਕੁਝ ਲੱਗ ਜੇ ਲਾ ਦੇਾਂਗੇ, ਪਰ ਇਨਸਾਫ ਲੈਣਾ। ਠੀਕ ਹੈ। ਇਹੋ ਜਿਹੇ ਬੰਦੇ ਨਾਲ ਜੇ ਧੱਕਾ ਹੋ ਸਕਦਾ, ਜਿਹੜਾ ਖਰਚਾ ਕਰ ਸਕਦਾ, ਵਕੀਲ ਅਫੋਰਡ ਕਰ ਸਕਦਾ, ਆਪਣਾ ਮੁੰਡਾ ਪੜ੍ਹਾ ਕੇ ਵਕੀਲ ਬਣ। ਮੈਂ ਇੰਜੀਨੀਅਰ ਹਾਂ ਬੇਸਿਕਲੀ। ਅੱਛਾ। ਮੈਂ ਵਕਾਲਤ ਮੈਨੂੰ ਕਰਾਈ ਇਸੇ ਕਰਕੇ ਕਿ ਕਾਨੂੰਨੀ ਨੌਲੇਜ ਹੋਵੇ। ਠੀਕ ਹੈ। ਤੇ ਮੈਂ ਜੇ ਉਹ ਤੁਹਾਡੀ ਲਾਈਨ ਹੀ ਨਹੀਂ ਸੀ। ਹਾਂ, ਉਹ ਜੇ ਮੈਂ ਉੱਥੇ ਤੱਕ ਪਹੁੰਚ ਸਕਦਾ ਆ, ਸਾਡੇ ਨਾਲ ਇਦਾਂ ਕਰ ਸਕਦੇ, ਆਮ ਬੰਦੇ ਦਾ ਤੁਸੀਂ ਹਾਲ ਦੇਖ ਸਕਦੇ। ਸੋ ਇਹ ਬੇਸਿਕਲੀ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਬਰਥਡੇ ਆ। ਮੈਨੂੰ ਲੱਗਦਾ ਇਹ ਦਿਸ ਇਜ਼ ਦ ਗ੍ਰੇਟੈਸਟ ਟ੍ਰਿਬਿਊਟ ਸਰਕਾਰ ਵੱਲੋਂ। ਕੀ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਬੱਚੇ, ਮੈਂ ਤਾਂ ਹੈਰਾਨ ਆ ਜੀ। ਸਾਡੇ ਹਲਕੇ 'ਚ ਰਾਪੁਰ ਰਾਈਆਂ ਪਿੰਡ ਆ, ਉਹ 'ਚ 2 ਮੁੰਡੇ ਜਿਹੜੇ ਨਸ਼ੇ ਨਾਲ ਮਰੇ। ਨਾ ਉੱਥੇ ਸਾਡੇ ਤੇ ਇਲਜ਼ਾਮ ਲੱਗਦਾ ਆ ਕਿ ਅਸੀਂ ਨਸ਼ਾ ਵੇਚਦੇ ਹਾਂ, ਨਾ ਸਾਡੇ ਕਿਸੇ ਹੋਰ ਕੋਈ ਵੀ ਬੰਦੇ ਜਿੰਨੇ ਅੱਜ ਤੱਕ ਲੜੇ, ਕਦੀ ਭਲੱਥ ਦੇ ਕਿਸੇ ਲੀਡਰ ਤੇ ਪ੍ਰੋਮਿਨੈਂਟ ਬੰਦੇ ਜਿੰਨੇ ਨਸ਼ੇ ਵੇਚਣ ਦਾ ਇਲਜ਼ਾਮ ਕਿਸੇ ਲੀਡਰ ਤੇ ਨਹੀਂ ਲੱਗਾ, ਇਹਦੇ ਤੇ ਲੱਗਾ। ਇਹ ਉਹਨਾਂ ਦੇ ਭੋਗ ਤੇ ਜਾ ਕੇ ਸਪੀਚ ਕਰਕੇ ਆਉਂਦਾ, ਦੇਖੋ ਜੀ ਕਿੰਨਾ ਬੁਰਾ ਹਾਲ ਆ। ਜਿਹੜਾ ਆਪ ਨਸ਼ਾ ਕਮਾਉਂਦਾ ਰਿਹਾ, ਉਹ ਜਾ ਕੇ ਜਿਹੜੇ ਬੱਚੇ ਪੂਰੇ ਹੋਏ ਉਹਨਾਂ ਦੇ ਜਾ ਕੇ ਭੋਗ ਤੇ ਬੋਲੇ, ਤੇ ਉਹਨਾਂ ਨੂੰ ਗੁੰਮਰਾਹੀ ਕਰਨ ਡਿਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਆ। ਇਹ ਤੋਂ ਵੱਧ ਗੁੰਮਰਾਹ ਕੀ ਹੋ ਸਕਦੇ ਅਸੀਂ ਜੀ। ਮੈਂ ਇਹ ਕਹਿ ਰਿਹਾ ਕਿ ਸਾਨੂੰ ਕਹਿ ਰਿਹਾ ਕਿ ਪਾਣੀ ਲੈਣਾ ਪੰਜਾਬ ਲਈ, ਹੱਕਾਂ ਨਹੀਂ ਲੜਨਾ, ਆਪਣੀ ਕੁੜੀ ਵਿਆਹਤੀ, ਉੱਥੇ ਧੋਖਾ। ਖਾਲਿਸਤਾਨ ਲੈਣਾ ਆ, ਖਾਲਿਸਤਾਨ ਕਹਿ ਕੇ ਆਪ ਕਾਂਗਰਸ ਜੁਆਇਨ ਕਰ ਗਿਆ, ਉੱਥੇ ਧੋਖਾ। ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਸੀ ਆ ਯੂਆਪਾ ਵਾਲੀ, ਆਪਾਂ ਦੂਜਿਆਂ ਦੀ, ਉਹ ਕਾਂਗਰਸ ਦੀ ਦੇਣ ਸੀਗੀ। ਕਾਂਗਰਸ ਉਸੇ ਕਾਂਗਰਸ 'ਚ ਕਿਉਂ ਗਿਆ? ਫਿਰ ਉਸ ਤੋਂ ਬਾਅਦ ਇਹ ਪਰਚੇ ਦੀ ਗੱਲ ਕਰ ਲਈਏ, ਪਰਚਾ ਦਰਜ ਹੋਇਆ ਆ ਅਕਾਲੀ ਦਲ ਦੇ ਟਾਈਮ, ਇਹਦੀ ਸ਼ਮੂਲੀਅਤ ਪਾਈ ਗਈ ਕਾਂਗਰਸ ਦੇ ਟਾਈਮ, ਅਰੈਸਟ ਹੋਇਆ ਆ ਇਹ ਆਮ ਆਦਮੀ ਪਾਰਟੀ ਦੇ ਟਾਈਮ। ਤੇ ਇਹ ਕਿੱਦਾਂ ਕਹਿ ਸਕਦਾ ਕਿ ਇਹ ਪੋਲੀਟੀਕਲ ਵੈਂਡੇਟਾ ਆ? ਬੇਸਿਕਲੀ ਮੈਂ ਤਾਂ 3 ਵੱਖੋ-ਵੱਖ ਪਾਰਟੀਆਂ, 3 ਪਾਰਟੀਆਂ। ਫਿਰ ਇਹ ਤਾਂ ਮਤਲਬ ਨਾਲੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਨਾਲ ਧੱਕਾ ਕੀਤਾ ਸੀ 2017 'ਚ, ਤੇ ਫਿਰ ਉਹਨਾਂ ਨੂੰ ਜੁਆਇਨ ਕਿਉਂ ਕਰ ਗਿਆ ਭੱਜ ਕੇ ਹੈਲੀਪੈਡ ਪਿੱਛੇ? ਇਦਾਂ ਦੀ ਮਤਲਬ ਤੁਸੀਂ ਦੇਖ ਸਕਦੇ, ਫੋਟੋ ਭੇਜੀ ਸੀ। ਹਾਂ, ਹੈਲੀਪੈਡ ਤੇ ਜਾ ਕੇ ਤੇ ਉੱਥੇ ਦਿੱਤਾ ਕਿ ਅਸੀਂ ਫਾਰਮਲੀ ਜੁਆਇਨ ਕਰਾਂਗੇ। ਕਦੋਂ ਹੋਈ ਫਾਰਮਲੀ ਜੁਆਇਨਿੰਗ? ਤੇ ਹੋਈ ਨਹੀਂ, ਹੈਲੀਪੈਡ ਤੇ ਜੁਆਇਨਿੰਗ ਹੋ ਗਈ, ਬਸ ਠੀਕ ਹੈ। ਤੇ ਉਹਦੇ ਵਿੱਚ ਮੇਜਰ ਰੋਲ ਵਾਜ਼ ਜਿਹੜਾ ਆ ਉਹ ਨਿਭਾਇਆ ਗਿਆ, ਇਹਨਾਂ ਦੇ ਜੀਜਾ ਜੀ ਵੱਲੋਂ ਨਿਭਾਇਆ ਗਿਆ ਸੀਗਾ, ਜਿਹੜੇ ਉਹ ਜੱਜ ਸਾਹਿਬ ਆ। ਬਿਲਕੁਲ। ਸੋ ਗੱਲ ਇਹ ਆ ਕਿ ਇਹ ਬੇਸਿਕਲੀ ਇੱਕ ਨੈਕਸਸ ਚੱਲ ਰਿਹਾ। ਇੱਕ ਲੱਤ ਇਹਨਾਂ ਜੁਡੀਸ਼ਰੀ 'ਚ ਰੱਖੀ ਹੈ, ਇੱਕ ਲੱਤ ਇਹਨਾਂ ਦੀ ਸਰਕਾਰ 'ਚ ਹਮੇਸ਼ਾ ਰਹੀ ਹੈ। ਇਹ ਤਾਂ ਹੁਣ ਵੇਖੋ ਰੱਬ ਦਾ ਭਾਣਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਤੇ ਉਹਨਾਂ ਨੇ ਆ ਨਸ਼ਿਆਂ ਦੇ ਖਿਲਾਫ ਕਾਰਵਾਈ ਚੱਲਦੀ, ਉਹਦੇ ਵਿੱਚ SIT, ਉਹਨਾਂ ਨੂੰ ਦੇਖੋ ਪੋਲੀਟੀਕਲ ਵੈਂਡੇਟਾ, ਇਹਨਾਂ ਨੂੰ ਚੱਕ ਕੇ ਤੇ ਸਿੱਧਾ ਵੀ ਅੰਦਰ ਕਰ ਸਕਦਾ, SIT ਬਣਾਓ ਕੇ ਆ ਕਰਨ ਦੀ ਕੀ ਲੋੜ ਸੀ? ਬਿਲਕੁਲ ਠੀਕ ਹੈ। ਸੋ ਸਾਡੀ ਗੱਲਬਾਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਸਿਮਰਨ ਸਿੰਘ ਘੁੰਮਣ ਨਾਲ ਚੱਲ ਰਹੀ ਸੀ, ਤੇ ਕਾਗਜ਼ੀ ਸਬੂਤਾਂ ਦੇ ਆਧਾਰ ਤੇ, ਕਾਗਜ਼ੀ ਪ੍ਰਮਾਣਾਂ ਦੇ ਆਧਾਰ ਤੇ ਉਹਨਾਂ ਨੇ ਸਾਨੂੰ ਦੱਸਿਆ ਹੈ ਬਈ ਕਿਸ ਤਰ੍ਹਾਂ ਇੱਕ ਕਿਸਮ ਦਾ ਜੇ ਆਪਾਂ ਸ਼ਬਦ ਵਰਤੀਏ, ਸ਼ੈਲਟਰ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਆਪਾਂ ਕਹੀਏ ਲੈ ਗਏ ਸੀਗੇ ਮਹਿਤਾਬ ਸਿੰਘ ਖਹਿਰਾ, ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਵਕੀਲ ਪੁੱਤਰ ਹੈਗੇ ਨੇ। ਤੇ ਹੁਣ ਜਾ ਕੇ ਲੱਗਦਾ ਹੈ ਇਹਨੂੰ, ਜੇ ਤੁਸੀਂ ਕਹੋ ਵੀ ਰਾਜਨੀਤਿਕ ਧੱਕਾ ਹੋਇਆ ਖਹਿਰਾ ਉਹਨਾਂ ਨਾਲ, ਤਾਂ ਬੜਾ ਖੁੱਲ ਕੇ ਘੁੰਮਣੋਂ ਨਹੀਂ ਕਹਿ ਰਹੇ ਨੇ ਬਈ ਇਹ ਜਾਣ ਤੇ ਆਪਣਾ ਪੱਖ ਰੱਖਣ, ਤੇ ਐਡਾ ਵੀ ਧੱਕਾ ਨਹੀਂ ਹੈ, ਐਡੀ ਵੀ ਨੇਰਗਰਦੀ ਨਹੀਂ ਹੈ ਕਿ ਤੁਹਾਨੂੰ ਸ਼ਾਇਦ ਚੱਕ ਕੇ ਸਿੱਧਾ ਹੀ ਕੋਈ ਜੇਲ੍ਹ ਭੇਜ ਦਿੱਤਾ ਜਾਏਗਾ ਜਾਂ ਕੋਈ ਸਜ਼ਾ ਦੇ ਦਿੱਤੀ ਜਾਏਗੀ। ਤੇ ਉਸ ਤੋਂ ਉੱਪਰ ਜਿਹੜੀ ਗੱਲ ਕਹੀ ਹੈ ਘੁੰਮਣ ਉਹਨਾਂ ਨੇ, ਕਹਿੰਦੇ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ, ਤੇ ਉਸ ਤੋਂ ਵੱਡਾ ਟ੍ਰਿਬਿਊਟ, ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਨਸ਼ਾ ਤਸਕਰੀ ਕਰਨ ਦੇ, ਉਹ ਅੱਜ ਸਲਾਖਾਂ ਪਿੱਛੇ ਪਹੁੰਚੇ ਨੇ। ਕਿੰਨੀ ਛੇਤੀ ਇਨਕਲਾਬ ਦੀ ਗੱਲ ਕਹਿ ਕੇ ਤੇ ਆਪਣੇ ਸਿਰ ਤੇ ਜਿਹੜਾ ਹੈਗਾ ਕੇਸਰੀ ਪੱਗਾਂ ਬੰਨ੍ਹ ਕੇ ਸਹੁੰ ਖਾਣ ਵਾਲੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਰਕਾਰ, ਉਹਨਾਂ ਦੀ ਪੁਲਿਸ ਇਨਸਾਫ ਦੇ ਪਾਏਗੀ ਪੰਜਾਬ ਨੂੰ, ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਭੇਂਟ ਚੜ੍ਹ ਗਏ। ਇਹਦਾ ਇੰਤਜ਼ਾਰ ਰਹੇਗਾ। ਘੁੰਮਣ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।